की फतेह। बिघ्न विनाशन सोए। हे मन बंधन तोहि करो, तज कै सर्ब विकार। श्री सतगुर की शरण पर, भवति हवै निस्तार। वाहिगुरु जी का खालसा, वाहिगुरु जी की फतेह। गुरु दर ते हाजर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छूह प्राप्त इतिहासक स्थान गुरुद्वारा बंगला साहब जी की यात्रा करदियां जुगो जुग अटल छतर चवर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां एकागर करो, रसना पवित्र कर दे एक बार। सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है। प्रसंग है सतगुरु जी गोरख मते तो दिल्ली आए। गोरख मते का नाम जो जोगियां दे गुरु गोरख दी मत करके ये ना रखिया गया सी। जदों जोगी इथों हार के भजे ने, जदों उथे मत गुरु नानक दी आ गई, गोरख दी मत वाले चले गए, तो वह स्थान जिहड़ा सी वो गोरख मते दी थां ते गोरख दी मत तो नानक मते दे रूप में तब्दील हो गया। दास ने पहला भी बेनती की सी, जे मत मन वाली है तो मनमत है, जे मत गुरु वाली है तो गुरमत है। जिथे मत गोरख वाली सी वो गोरख मता सी,
ਜਿੱਥੇ ਮਤ ਨਾਨਕ ਜੀ ਵਾਲੀ ਆ ਗਈ ਉਹ ਨਾਨਕ ਮੱਤਾ ਬਣ ਗਿਆ। ਉਸ ਤੋਂ ਬਾਅਦ ਸਤਿਗੁਰੂ ਦਿੱਲੀ ਆਏ। ਦਿੱਲੀ ਤੋਂ ਬਾਅਦ ਹੁਣ ਸਤਿਗੁਰੂ ਲਾਹੌਰ ਪਹੁੰਚਦੇ ਨੇ। ਇੱਥੋਂ ਹੀ ਅੱਜ ਦੀ ਕਥਾ ਆਰੰਭ ਹੈ। ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰੋ। ਹਾਂਜੀ। ਹੇ ਮਨ ਬੰਧਨ ਤੋਹਿ ਕਰੋ, ਤਜ ਕਹਿ ਸਰਬ ਬਿਕਾਰ। ਇਸ ਕਥਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਵੀਆਂ ਦੀ ਇੱਕ ਪਰੰਪਰਾ ਹੈ। ਇਹ ਹੁਕਮ ਤਾਂ ਸਾਨੂੰ ਵੀ ਹੈ। ਤੁਸੀਂ ਵੇਖਿਆ ਹੋਏਗਾ ਹਰ ਫੀਲਡ ਦੇ ਵਿੱਚ ਕੋਈ ਵੀ ਮਨੁੱਖ ਕੰਮ ਕਰਨ ਤੋਂ ਪਹਿਲਾਂ ਉਹ ਆਪਣੇ ਇਸ਼ਟ ਨੂੰ, ਆਪਣੇ ਪੀਰ ਪੈਗੰਬਰ ਨੂੰ ਜ਼ਰੂਰ ਯਾਦ ਕਰਦਾ ਹੈ, ਸਿਮਰਦਾ ਹੈ। ਡਰਾਈਵਰਾਂ ਨੂੰ ਵੀ ਤੁਸੀਂ ਵੇਖਿਆ ਹੋਏਗਾ, ਡਰਾਈਵਰ ਸੀਟ ਤੇ ਬਹਿ ਕੇ ਕੋਈ ਨਾ ਕੋਈ ਫੋਟੋ ਲੱਗੀ ਹੁੰਦੀ ਹੈ, ਉਹਦੀ ਅਗਰਬੱਤੀ ਧੂਪ ਬੱਤੀ ਕਰਕੇ ਗੱਡੀ ਸਟਾਰਟ ਕਰਕੇ ਫਿਰ ਉਹ ਕਦੇ ਕੰਨਾਂ ਨੂੰ ਹੱਥ ਲਾਉਣਗੇ, ਕਦੇ ਹੱਥ ਜੋੜਨਗੇ। ਇਹ ਸਾਰੇ ਵਿਅਕਤੀ ਕਰਦੇ ਨੇ। ਇਹ ਕੋਈ ਗੁਨਾਹ ਨਹੀਂ ਹੈ, ਕਿਉਂਕਿ ਜਦੋਂ ਕੰਮ ਦੇ ਵਿੱਚ ਵਿਘਨ ਆਉਂਦਾ ਹੈ, ਰੁਕਾਵਟ ਆਉਂਦੀ ਹੈ, ਫਿਰ ਵੀ ਤਾਂ ਆਪਾਂ ਸਿਮਰਦੇ ਹੀ ਹਾਂ। ਸਗੋਂ ਸਿੱਖ ਧਰਮ ਦੇ ਵਿੱਚ ਇਸ ਗੱਲ ਦਾ ਉਪਦੇਸ਼ ਹੈ ਕਿ ਕਾਮ ਪਰੇ ਜੋ ਸਿਮਰੀ ਹੈ ਐਸਾ ਸਿਮਰੋ ਨਿਤ। ਜਦੋਂ ਕੰਮ ਪਵੇ, ਜਦੋਂ ਕੋਈ ਮਤਲਬ ਹੋਵੇ, ਜਦੋਂ ਤੁਹਾਡਾ ਕੋਈ ਸਵਾਰਥ ਹੋਵੇ, ਜਾਂ ਜਦੋਂ ਤੁਸੀਂ ਕਿਸੇ ਕਾਰਜ ਦੀ ਸਿੱਧੀ ਚਾਹੁੰਦੇ ਹੋ, ਫਿਰ ਤੁਸੀਂ ਕਿਸੇ ਨੂੰ ਜਾ ਕੇ ਫਤਿਹ ਬੁਲਾਉਂਦੇ ਹੋ, ਕੋਈ ਦੁਆ ਸਲਾਮ ਕਹਿੰਦੇ ਹੋ, ਰਾਮ ਰਾਮ ਕਰਦੇ ਹੋ, ਤੇ ਕਈ ਵਾਰੀ ਝੂਠਾ ਜਿਹਾ ਹਾਸਾ ਵੀ ਹੱਸਦੇ ਹਾਂ ਆਪਾਂ। ਐਵੇਂ ਮਸ਼ਕਰੀ ਜੀ, ਮੈਂ ਕਿਹਾ ਜੀ ਚਲੋ ਜੀ ਮੰਤਰੀ ਸਾਹਿਬ ਨੂੰ ਹੀ ਮਿਲ ਆਈਏ। ਹੁਣ ਪਤਾ ਮੰਤਰੀ ਸਾਹਿਬ ਨੂੰ ਵੀ ਹੁੰਦਾ ਹੈ, ਪਤਾ ਮੰਤਰੀ ਨੂੰ ਵੀ ਹੈ ਕਿ ਮੈਂ ਕੋਈ ਸਾਲਗ੍ਰਾਮ ਤੇ ਹੈ ਨਹੀਂ ਕਿ ਮੇਰੀ ਪੂਜਾ ਕਰਨ ਆਇਆ ਹੈ। ਉਹਨੂੰ ਪਤਾ ਹੈ ਮੈਂ ਮੰਤਰੀ ਹਾਂ, ਇਹਨੂੰ ਕੋਈ ਕੰਮ ਹੋਏਗਾ। ਉਹ ਫਿਰ ਅੱਗੋਂ ਸਿੱਧਾ ਹੀ ਬੋਲਦਾ, ਕਹਿੰਦਾ ਕੋਈ ਨਹੀਂ ਜੀ ਕੰਮ ਦੱਸੋ। ਫਿਰ ਸਾਨੂੰ ਵੀ ਬੜਾ ਆਊਟ ਜਿਹਾ ਲੱਗਦਾ ਵੀ ਇਹ ਚੰਗੀ ਬੇਇੱਜ਼ਤੀ ਰੱਖ ਕੇ ਕੀਤੀ ਇਹਨੇ ਬਈ। ਹਾਲਾਂਕਿ ਅਸੀਂ ਮੂੰਹ ਬਣਾ ਕੇ ਗਏ ਆ, ਪਰ ਉਹ ਜਿਹੜਾ ਲੋਕ ਬੰਦਾ ਪਤਾ ਨਹੀਂ ਕਿੰਨਿਆਂ ਨੂੰ ਚਾਰ ਕੇ ਮੰਤਰੀ ਬਣਿਆ, ਉਹ ਦੱਸੋ ਸਾਡੇ ਵਰਗੇ ਬੰਦੇ ਤੋਂ ਕਿਵੇਂ ਚੜਦਾ ਹੈ ਭਾਈ। ਸੋ ਇਸ ਕਰਕੇ ਗੁਰੂ ਨੇ ਇੱਕ ਸਾਨੂੰ ਨੁਕਤਾ ਦਿੱਤਾ ਹੈ ਕਿ ਜਦੋਂ ਤੈਨੂੰ ਕੰਮ ਹੋਵੇ ਉਦੋਂ ਤੂੰ ਕਿਸੇ ਨਾ ਕਿਸੇ ਦੇ ਦਰਸ਼ਨ ਵੀ ਕਰਦਾ ਹੈ, ਹੱਥ ਵੀ ਜੋੜਦਾ ਹੈ, ਉਹਨੂੰ ਜਾ ਕੇ ਫਤਿਹ ਵੀ ਬੁਲਾਉਣਾ ਹੈ, ਦੁਆ ਸਲਾਮ ਵੀ ਕਰਦਾ ਹੈ, ਗੋਡੀ ਹੱਥ ਵੀ ਲਾਉਣਾ ਹੈ, ਤੇ ਅੱਖਾਂ ਵਿੱਚ ਸ਼ਰਮ ਵੀ ਹੁੰਦੀ ਹੈ, ਤੇ ਥੋੜਾ ਜਿਹਾ ਮੂੰਹ ਵੀ ਸਵਾਰਨਾ ਪੈਂਦਾ ਹੈ। ਤੇ ਜੇ ਕਿੰਨਾ ਚੰਗਾ ਹੋਵੇ ਕਿ ਤੇਰੀ ਉਸ ਬੰਦੇ ਦੇ ਨਾਲ ਚੰਗੀ ਜਾਣ ਪਛਾਣ ਹੋਵੇ, ਚੰਗਾ ਮਿਲਣ ਵਰਤਨ ਹੋਵੇ, ਚੰਗਾ ਸਹਿਚਾਰ ਹੋਵੇ, ਤੇ ਤੂੰ ਜਾਵੇਂ ਤੇ ਅਗਲਾ ਕਵੇ ਕਿ ਭਾ ਬੜੇ ਦਿਨਾਂ ਬਾਅਦ ਮੈਂ ਆਇਆ ਹਾਂ ਬਈ,
ਤੇ ਆਪਾਂ ਕਹੀਏ ਵੀ ਨਹੀਂ ਜੀ ਕੋਈ ਕੰਮ ਧੰਦਾ ਸੀ, ਸਰੀਰ ਢਿੱਲਾ ਸੀ, ਤੇ ਅਗਲਾ ਕਵੇ ਬਈ ਹੁਣ ਤੇਰਾ ਭਰਾ ਮੰਤਰੀ ਸੰਤਰੀ ਹੈ, ਕੋਈ ਕੰਮ ਕੁਮ ਦੱਸਿਆ ਕਰ। ਹੁਣ ਵੇਖੋ ਇਹਦੇ 'ਚ ਕਿੰਨੇ ਆਨੰਦ ਵਾਲੀ ਗੱਲ ਹੈ ਕਿ ਅਗਲਾ ਤੁਹਾਨੂੰ ਕਵੇ ਵੀ ਕੋਈ ਕੰਮ ਦੱਸ, ਬਜਾਏ ਕਿ ਆਪਾਂ ਨੂੰ ਐਵੇਂ ਦੰਦੀਆਂ ਜੀਆਂ ਕੱਢ ਕੇ ਤੇ ਸ਼ਰਮਿੰਦੇ ਜਿਹੇ ਹੋ ਕੇ ਕਹਿਣਾ ਪਵੇ। ਹੁਣ ਇਹ ਇੱਕ ਦੁਨਿਆਵੀ ਕਥਾ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਤੇ ਹੁਣ ਆਈਏ ਵਾਪਸ ਆਪਾਂ ਜਿੱਥੇ ਬੈਠੇ ਆ, ਧਰਮ ਦੀ ਦੁਨੀਆ ਵਿੱਚ। ਧਰਮ ਦੀ ਦੁਨੀਆ ਦਾ ਪਾਠ ਇਹ ਹੈ ਵੀ ਕਰਤਾ ਪੁਰਖ ਇੱਕੋ ਹੀ ਹੈ, ਕੋਈ ਦੂਜਾ ਕਰਤਾ ਪੁਰਖ ਹੈ ਹੀ ਨਹੀਂ। ਰੱਬ ਤੋਂ ਬਿਨਾ ਕਰਤਾ ਕੋਈ ਨਹੀਂ ਹੈ, ਕਰਨ ਵਾਲਾ ਕੋਈ ਨਹੀਂ ਹੈ। ਆਪਾਂ ਜਿੰਨੇ ਆ ਆਪਾਂ ਕਰਤੇ ਨਹੀਂ ਆ, ਆਪਾਂ ਕਿਰਤ ਆ। ਸਾਨੂੰ ਪਰਮਾਤਮਾ ਨੇ ਬਣਾਇਆ, ਅਸੀਂ ਪਰਮਾਤਮਾ ਨਹੀਂ ਬਣਾ ਸਕਦੇ। ਤੇ ਸਤਿਗੁਰੂ ਕਹਿੰਦੇ ਨੇ ਕਿ ਜਿਸ ਪਰਮਾਤਮਾ ਨੂੰ ਜਦੋਂ ਤੇਰਾ ਕੰਮ ਰੁਕ ਜਾਏ, ਤੇਰੇ ਕੰਮ ਵਿੱਚ ਵਿਘਨ ਆ ਜਾਏ, ਤੇਰੇ ਕੰਮ ਵਿੱਚ ਰੁਕਾਵਟ ਆ ਜਾਏ, ਕੋਈ ਤੇਰੇ ਕੰਮ ਦੇ ਵਿੱਚ ਬ੍ਰੇਕ ਆ ਜਾਏ, ਤੇ ਜਿਸ ਪਰਮਾਤਮਾ ਨੂੰ ਜਾ ਕੇ ਤੂੰ ਫਿਰ ਪ੍ਰਸਾਦ ਚੜਾਵੇਂ। ਫਿਰ ਵੇਖੇ ਨਾ ਬੰਦੇ ਰੋਟ ਪਕਾਉਂਦੇ, ਸੀਰਨੀਆਂ ਚੜਾਉਂਦੇ, ਦੀਵੇ ਜਗਾਉਂਦੇ, ਕਬਰਾਂ ਤੇ ਜਾ ਕੇ ਚਾਦਰਾਂ ਚੜਾਉਂਦੇ, ਗੁਰਦੁਆਰੇ ਜਾ ਕੇ ਮੇਰੇ ਵਰਗੇ ਫਿਰ ਮੱਸਿਆ ਨਹਾਉਂਦੇ ਨੇ। ਕਿਉਂਕਿ ਜਦੋਂ ਕੰਮ ਰੁਕ ਗਿਆ ਤੇ ਫਿਰ ਅਸੀਂ ਯਤਨ ਤਾਂ ਬੜੇ ਕਰਦੇ ਹਾਂ ਕਿ ਸਾਡਾ ਕੰਮ ਹੋ ਜਾਏ, ਤੇ ਜਦੋਂ ਸਾਡਾ ਕੰਮ ਕਿਤੇੋਂ ਨਹੀਂ ਹੁੰਦਾ ਫਿਰ ਅਸੀਂ ਇੱਕ ਸ਼ਬਦ ਪੜ੍ਹਦੇ ਹਾਂ, ਔਰ ਰੋਜ਼ ਪੜ੍ਹਦੇ ਹਾਂ, ਸਗਲ ਦਵਾਰ ਕੋ ਛੱਡ ਕੇ ਗਹਿਓ ਤੁਹਾਰੋ ਦਵਾਰ, ਬਾਹਾਂ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਤੁਸੀਂ ਜਦੋਂ ਆਉਂਦੇ ਹੋ ਨਾ ਗੁਰਦੁਆਰੇ, ਆਪਾਂ ਨੂੰ ਕਈ ਵਾਰੀ ਲੱਗਦਾ ਮੈਂ ਗਿਆ ਜੀ ਮੇਰਾ ਕੰਮ ਹੀ ਨਹੀਂ ਹੋਇਆ ਜੀ। ਰੱਬ ਨੂੰ ਵੀ ਪਤਾ ਹੈ ਕਿ ਇਹ ਅਜੇ ਹਾਰ ਕੇ ਮੇਰੇ ਕੋਲ ਨਹੀਂ ਆਇਆ, ਅਜੇ ਤੇ ਇਹਦੇ ਕੋਲੇ ਆਪਸ਼ਨ ਹੀ ਬੜੀਆਂ ਨੇ। ਕਈ ਬੰਦੇ ਨਾ ਤੁਹਾਡੀ ਟੈਸਟਿੰਗ ਵਾਸਤੇ ਆਉਂਦੇ ਨੇ। ਹੁਣ ਮੇਰੇ ਵਰਗੇ ਬੰਦੇ ਨਾਲ ਤੇ ਰੋਜ਼ ਹੁੰਦਾ ਹੈ, ਗਿਆਨੀ ਜੀ ਭਲਾ ਤੁਹਾਡਾ ਉੱਥੇ ਹਸਪੀਟਲ 'ਚ ਕੋਈ ਜਾਣ ਪਛਾਣ ਹੈਗੀ ਹੈ? ਮੈਂ ਕਿਹਾ ਨਹੀਂ ਜੀ, ਨਹੀਂ ਸਾਡੀ ਹੈ ਤੇ ਸਹੀ, ਪਰ ਅਸੀਂ ਪੁੱਛਿਆ ਵੀ ਸ਼ਾਇਦ ਬਾਬਾ ਜੀ ਦੀ ਵੀ ਕੋਈ ਹੋਵੇ। ਇਹਨੂੰ ਕਹਿੰਦੇ ਟੈਸਟਿੰਗ। ਇਹਦਾ ਮਤਲਬ ਬੰਦਾ ਤੁਹਾਡੇ ਤੋਂ ਕੰਮ ਨਹੀਂ ਕਰਾਉਣਾ ਚਾਹੁੰਦਾ, ਵੇਖਣਾ ਚਾਹੁੰਦਾ ਵੀ ਤੁਹਾਡੀ ਕਿਤੇ ਪਹੁੰਚ ਹੈਗੀ ਹੈ। ਤੇ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਨਹੀਂ, ਉਹਦਾ ਤਰੀਕਾ ਇਹ ਹੈ ਕਿ ਬਾਬਾ ਜੀ ਅਸੀਂ ਬੜੀ ਆਸ ਨਾਲ ਤੁਹਾਡੇ ਕੋਲ ਆਏ ਆ, ਸਾਡੀ ਅਰਦਾਸ ਵੀ ਕਰੋ ਤੇ ਕੋਈ ਰਾਹ ਕੱਢੋ ਵੀ ਉਹ ਹਸਪੀਟਲ ਦੇ ਵਿੱਚ ਸਾਡਾ ਇਲਾਜ ਹੋ ਜਾਏ। ਇਹਦਾ ਅਰਥ ਹੈ ਉਹ ਬੰਦਾ ਤੁਹਾਡੇ ਕੋਲ ਆਇਆ, ਉਹ ਤੁਹਾਡੀ ਟੈਸਟਿੰਗ ਕਰਨ ਨਹੀਂ ਆਇਆ। ਜਿਹੜੇ ਟੈਸਟਿੰਗ ਕਰਦੇ ਨੇ ਨਾ, ਉਹਨਾਂ ਕੋਲ ਇੱਕ ਹੋਲਡਰ ਹੁੰਦਾ ਹੈ, ਇੱਕ ਬਲਬ ਹੁੰਦਾ ਹੈ, ਉਹਦੇ ਪਿੱਛੇ 2 ਤਾਰਾਂ ਹੁੰਦੀਆਂ ਨੇ। ਪਤਾ ਨਹੀਂ ਉਹਨੇ ਕਿੰਨੀਆਂ ਕੁ ਸੌਕਟਾਂ 'ਚ ਕੱਢ ਕੇ ਪਾ ਕੇ ਵੇਖਿਆ ਹੁੰਦਾ ਵੀ ਬਲਬ ਜਗਦਾ ਕਿ ਨਹੀਂ ਜਗਦਾ। ਬਾਬੇ ਨੂੰ ਬਹੁਤ ਪਤਾ ਹੈ। ਇਸ ਬਾਬੇ ਨੇ ਤੁਹਾਡੀ ਬਾਂਹ ਉਦੋਂ ਫੜਨੀ ਜਦੋਂ ਤੁਸੀਂ ਕਹਿਣਾ ਹੈ ਕਿ ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਇੱਕ ਨਹੀਂ 4 ਪੌੜੀਆਂ ਨੇ। ਸਭੋ ਭੱਜੇ ਆਸਰਾ, ਚੁਕੇ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ, ਲੱਗੇ ਨਾ ਤਤੀ ਵਾਓ। ਬੰਦਿਆ ਤੈਨੂੰ ਤਤੀ ਹਵਾ ਨਹੀਂ ਲੱਗੇਗੀ, ਪਰ ਜਦੋਂ ਤੂੰ ਟੈਸਟਿੰਗ ਕਰਨੀ ਆਏਗਾ ਤੂੰ ਇੱਕੋ ਹੀ ਗੱਲ ਕਵੇਂਗਾ ਕਿ ਦਾਤਾ
ਮੇਰਾ ਤਾਂ ਤੇਰੇ ਬਿਨਾ ਕੋਈ ਨਹੀਂ ਹੈ। ਜਦੋਂ ਤੁਸੀਂ ਇੱਥੇ ਆ ਕੇ ਢਹਿ ਪਵੋਗੇ, ਇਸ ਗੁਰੂ ਦਾ ਬਿਰਦ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਦ ਸੁਆਮੀ ਸੰਦਾ। ਅਜੇ ਤਾਂ ਅਸੀਂ ਆਊਟਿੰਗ ਤੇ ਆਉਨੇ, ਮੈਂ ਤੇ ਤਾਬਿਆ ਬੈਠ ਕੇ ਵੀ ਬੇਨਤੀ ਕੀਤੀ ਹੈ, ਸਾਰੇ ਬਟਨ ਹੀ ਖੁੱਲੇ ਨੇ ਬੰਦੇ ਦੇ। ਪੁੱਛੋ ਕਿਹੜੀ ਮਾਰਕੀਟ ਵਿੱਚ ਆਇਆ ਤੂੰ ਬਈ? ਅਜੇ ਤਾਂ ਕੱਪੜਿਆਂ ਤੋਂ ਵੀ ਨਹੀਂ ਲੱਗਦਾ ਕਿ ਬੰਦਾ ਰੱਬ ਦੇ ਘਰ ਆਇਆ। ਉਹਦੀ ਪੁਸ਼ਾਕ, ਉਹਦਾ ਲਿਬਾਸ, ਉਹਦਾ ਪਹਿਰਾਵਾ, ਉਹਦੇ ਹੱਥ ਜੋੜਨ ਦਾ ਤਰੀਕਾ ਵੀ ਨਹੀਂ ਦੱਸਦਾ। ਅੱਜ ਵੀ ਕਵੀ ਜੀ ਜਦੋਂ ਅਗਲੀ ਕਥਾ ਲਿਖਣ ਲੱਗੇ ਤੇ ਕਵੀ ਭਾਈ ਸੰਤੋਖ ਸਿੰਘ ਨੇ ਗੁਰੂ ਨੂੰ ਸਿਮਰਿਆ, ਤੇ ਗੁਰੂ ਨੂੰ ਸਿਮਰਨ ਲਈ ਕਿਹਾ ਕਿਹਨੂੰ ਹੈ? ਕਿਹਾ ਆਪਣੇ ਮਨ ਨੂੰ ਹੈ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਤੁਸੀਂ ਔਰ ਮੈਂ, ਅੱਜ ਸਾਡੇ ਚੋਂ ਕਿਹੜਾ ਬੰਦਾ ਹੈ ਜਿਹੜਾ ਘਰੋਂ ਤੁਰਨ ਲੱਗਾ ਕਵੇ ਚੱਲ ਮਨਾ ਗੁਰਦੁਆਰੇ ਚੱਲੀਏ? ਅਸੀਂ ਮਨ ਨੂੰ ਨਹੀਂ ਕਹਿੰਦੇ। ਪਹਿਲਾਂ ਕਿਸੇ ਗੱਪੀ ਜੇ ਬੰਦੇ ਨੂੰ ਫੋਨ ਕਰਦੇ ਆ, ਉਹ ਗੁਰਦੁਆਰੇ ਚੱਲਣਾ ਹੀ, ਉਹ ਕਹਿੰਦਾ ਜਾਣਾ ਤਾਂ ਨਹੀਂ ਸੀ, ਤੂੰ ਕਹਿੰਦਾ ਤੇ ਚੱਲ ਪੈਨੇ ਆ। ਹੁਣ ਇਹ ਦੱਸੋ ਵੀ ਇਹ ਜਿਹੜੀ ਜ਼ਬਰਦਸਤੀ ਰਾਈਡ ਹੈ, ਇਹ ਕਿਹੜੀ ਭਗਤੀ ਕਰਾਏਗੀ ਸਾਡੇ ਕੋਲ? सतगुरु ने समझाया, कबीर साधु को मिलने जाइए, साथ ना लीजिए कोई। जे आना है तो अपने मन नूं कहो कि चल मना गुरुद्वारे चलीए, तो फिर मन तुहानूं समझाएगा भी जे जाना है तो इशनान पानी तो कर ले, क्यों कपड़े तो पा के सोहने पा के चल, जे मैनू लैके जाना ही तो। क्योंकि मन तो चाहता है भी टीवी वेखीए, मन चाहता है भी एसी अगे बहीए, मन चाहता है कोई ठंडा तत्ता हो जाए, मन चाहता है भी कोई थोड़े शुगल मेला हो जाए। तो जो तुसी मन नूं कहो भी गुरुद्वारे चलीए, बड़ी अखड़ वस्तु है मन। वो फिर तुहानूं कहेगा भी मैनू तो लैके चले, पहला आप भी तो बंदा बन, मूँह माँ ते धोला अपना। इत्थे बहुते आए बच्चों को जो कही ने भी आह की है, आओ जी फिरदे तुरदे आ गए। भी फिरदे तुरदे कदे नानके भी गए हो? फिरदे तुरदे कदे सहुरे गए हो? फिरदे तुरदे कदे दफ्तर गए हो? नहीं। तो फिर दसो गुरुद्वारे का की स्टेटस है तुहाडी जिंदगी च? बई रब दे घर चले हो तुसी, तो फिरदे तुरदे ही आ गए तुसी। अज तो बाद अपने मन नूं कहो कि मना गुरुद्वारे जाना है, तो तुहाडा मन तुहानूं कहूगा भी जे मैनू नाल लैके जाना ही तो जा पहला नहा के आ, गोडे गोडे तो तेरे को पसीने की मुश्क आउंदी है, मैं तो नहीं जाता तेरे नाल। पहला गुरुद्वारे जान वाली शक्ल बना, क्योंकि मन लोचे बुराइयां, मन कदे नहीं चाहता भगती करिए। पर जदों तुसी मन नूं कहा भी गुरुद्वारे जाना है, तो फिर मन ने पहला सुधार तुहाडा ही करना है। कवि जी इत्थे लिखते ने कि हे मन बंधन तोहे करों, तज कै सर्ब विकार। ऐ मेरे मना सारे विकार छड्ड दे, ते आ उन्होंने मत्था टेक। ये चेता रखना, मत्था तुसी नहीं टेकना। जे तुसी कहो ना जी हथ जोड़िया मत्था टेकीदा है जी, गोडे मूधे मारिया मत्था टेकीदा है जी, जे सिर नवाया मत्था टेकीदा है जी, नहीं, ये सिर्फ फिजिकल एक्सरसाइज है, इस तो इलावा कुछ भी नहीं है। झुकना तो जदों झुकना है, मन ने झुकना है। जदों मन करके मत्था टेक दिता तुसी, तुहानूं पता है मन की पावर कितनी है? तुसी मन की शक्ति नूं समझदे हो? जिदन मन ने फैसला कर लिया, उदन इहदे रस्ते विच कोई नहीं रोक सकता। कोई ना इसनूं रोक सकता है, ना मां रोक सकती है, ना बाप रोक सकता है, ना कोई परिवार का होर कोई जी रोक सकता है, ना।
ਐ ਮੇਰੇ ਮਨਾ ਆਪਣੇ ਵਕਾਰ ਛੱਡ ਤੇ ਉਸ ਨੂੰ ਨਮਸਕਾਰ ਕਰ। ਸ਼੍ਰੀ ਸਤਿਗੁਰ ਕੀ ਸ਼ਰਨ ਪਰ ਭਵ ਤੇ ਹਵੈ ਨਿਸਤਾਰ। ਸਤਿਗੁਰੂ ਦੀ ਸ਼ਰਨ ਵਿੱਚ ਚੱਲੀਏ, ਉੱਥੇ ਮੱਥਾ ਟੇਕ, ਇਸ ਭਵ ਸਾਗਰ ਤੋਂ ਪਾਰ ਹੋ ਜਾਏਗਾ। ਸਾਨੂੰ ਪਤਾ ਹੀ ਨਹੀਂ ਇੱਥੋਂ ਆ ਕੇ ਮਿਲਦਾ ਕੀ ਹੈ। ਜਦੋਂ ਗੁਰਦੁਆਰੇ ਨੂੰ ਤੁਰੋ, ਜਦੋਂ ਬਾਣੀ ਪੜੋ, ਉਦੋਂ ਪਹਿਲਾਂ ਇੱਕ ਪੰਕਤੀ ਜ਼ਰੂਰ ਸਿਮਰ ਲਓ ਕਿ ਤੈਂਡੇ ਸਿਮਰਨ ਹਬ ਕਿਛ ਲੱਦਮ। ਹਬ ਕਿਛ ਵਿੱਚ ਤੁਹਾਡਾ ਸਾਈਕਲ ਵੀ ਆਏਗਾ। ਕੱਲਾ ਸਕੂਟਰ ਕਾਰ ਨਹੀਂ ਆਉਂਦੀ, ਸਾਈਕਲ ਵੀ ਆਉਂਦਾ। ਹਬ ਕਿਛ ਦੇ ਵਿੱਚ ਤੁਹਾਡੇ ਘਰ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਲੈ ਕੇ ਵੱਡੇ ਵੱਡੇ ਹੈਲੀਕਾਪਟਰਾਂ ਤੱਕ, ਜਹਾਜ਼ਾਂ ਤੱਕ ਆਉਂਦੇ ਨੇ। ਮੈਂ ਬਹੁਤ ਵਾਰੀ ਉਸ ਕਥਾ ਦਾ ਜ਼ਿਕਰ ਕੀਤਾ ਹੈ ਕਿ ਸੀਸਗੰਜ ਸਾਹਿਬ ਗ੍ਰੰਥੀ ਸਿੰਘ ਤੇ ਵਾਹਿਗੁਰੂ ਨੇ ਉਹਨਾਂ ਨੂੰ 2 4 5 ਟਰੱਕ ਦੇ ਦਿੱਤੇ ਤੇ ਸਾਡੇ ਚੋਂ ਬੜੇ ਲੋਕ ਨੇ ਜਿਹੜੇ ਲੋਕ ਨਹੀਂ ਚਾਹੁੰਦੇ ਕਿ ਗ੍ਰੰਥੀ ਸਿੰਘ ਦੇ ਕੋਲ ਨਵਾਂ ਸਕੂਟਰ ਹੋਵੇ, ਕੋਈ ਜਾਂ ਗੱਡੀ ਹੋਵੇ। ਸਾਡੀ ਸੋਚ ਇਹ ਹੈ ਕਿ ਵਧੀਆ ਗ੍ਰੰਥੀ ਸਿੰਘ ਉਹ ਹੈ ਜਿਹਦਾ ਸਾਈਕਲ ਦੇ ਚੇਨ ਵਿੱਚ ਅੜ ਕੇ ਪਜਾਮਾ ਫਟਿਆ ਹੋਵੇ ਨਾ ਕਹਿੰਦੇ ਇਹ ਗ੍ਰੰਥੀ ਬਹੁਤ ਵਧੀਆ ਹੈ, ਤੇ ਜੇ ਗ੍ਰੰਥੀ ਲੈ ਲਵੇ ਸਕੂਟਰ ਕਹਿੰਦੇ ਬਾਬੇ ਨੂੰ ਬਹੁਤ ਕਮਾਈ ਹੈ। ਹੁਣ ਭਾਈ ਸਾਹਿਬ ਦੇ ਬਣ ਗਏ ਟਰੱਕ, ਭਾਈ ਸਾਹਿਬ ਦੀ ਹੋ ਗਈ ਕੰਪਲੇਂਟ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਪ੍ਰਧਾਨ ਸਾਹਿਬ ਨੂੰ ਕੰਪਲੇਂਟ ਕਰ ਦਿੱਤੀ ਵੀ ਸੀਸਗੰਜ ਸਾਹਿਬ ਦੇ ਇੱਕ ਗ੍ਰੰਥੀ ਨੇ ਟਰੱਕ ਬਣਾ ਲਏ। ਪ੍ਰਧਾਨ ਸੀ ਬਹੁਤ ਵਧੀਆ, ਉਹਨੇ ਬੁਲਾਇਆ, ਬੁਲਾ ਕੇ ਪੁੱਛਿਆ ਭਾਈ ਸਾਹਿਬ ਵੱਤ ਮੈਂ ਸੁਣਿਆ ਤੁਸੀਂ ਟਰੱਕ ਬਣਾ ਲਏ ਨੇ। ਉਹ ਕਹਿੰਦੇ ਜੀ ਗੁਰੂ ਤੇਗ ਬਹਾਦਰ ਨੇ ਬਣਾ ਦਿੱਤੇ ਨੇ। ਬੜੀ ਇਨਕਮ ਹੈ ਤੁਹਾਨੂੰ? ਉਹ ਕਹਿੰਦੇ ਜੀ ਇਨਕਮ ਤਾਂ ਬਹੁਤੀ ਨਹੀਂ ਹੈਗੀ, ਪਰ ਇੱਕ ਗੱਲ ਜ਼ਰੂਰ ਹੈ ਵੀ ਮੇਰੇ ਕੋਲੋਂ ਅਰਦਾਸਾਂ ਕਰਾ ਕੇ ਕਈਆਂ ਨੇ ਜਹਾਜ਼ ਬਣਾ ਲਏ ਨੇ। ਵੀ ਮੈਂ ਲੋਕਾਂ ਦੀਆਂ ਅਰਦਾਸਾਂ ਕਰਦਾ ਸੀ ਵੀ ਲੋਕਾਂ ਦੇ ਜਹਾਜ਼ ਬਣ ਗਏ ਨੇ। ਪ੍ਰਧਾਨ ਸਾਹਿਬ ਬੜੇ ਵਧੀਆ ਬੰਦੇ ਸੀ, ਕਹਿਣ ਲੱਗੇ ਭਾਈ ਸਾਹਿਬ ਜਾਓ, ਮੈਂ ਸਮਝ ਗਿਆ। ਮਤਲਬ ਅਸੀਂ ਇਹ ਚਾਹੁੰਦੇ ਹਾਂ ਕਿ ਗ੍ਰੰਥੀ ਅਰਦਾਸ ਕਰੇ ਸਾਡੀ ਕੋਠੀ ਬਣ ਜਾਏ, ਪਰ ਜੇ ਗ੍ਰੰਥੀ ਨੇ 2 ਕਮਰਿਆਂ ਦਾ ਲੈਂਟਰ ਪਾ ਲਿਆ ਤੇ ਹਾਏ 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 ਹਾਏ, ਇਹ ਬਾਬਾ ਕਿੱਥੋਂ ਬਣ ਗਿਆ ਵੀ 2 ਕਮਰਿਆਂ ਦਾ ਮਾਲਕ? ਬਈ ਮਤਲਬ ਬਾਬੇ ਦੀ ਅਰਦਾਸ ਨਾਲ ਮੇਰਾ ਬਾਪੂ ਸਵਰਗਾਂ 'ਚ ਜਾਣਾ ਚਾਹੀਦਾ। ਮਤਲਬ ਅਸੀਂ ਸੋਚਦੇ ਵੀ ਬਾਬੇ ਦੀ ਇੰਨੀ ਪਾਵਰ ਹੋਣੀ ਚਾਹੀਦੀ ਉਹਦੀ ਅਰਦਾਸ ਵਿੱਚ, ਇਹ ਵੀ ਕੰਮ ਹੋਣਾ ਚਾਹੀਦਾ, ਇਹ ਵੀ ਕੰਮ ਹੋਣਾ ਚਾਹੀਦਾ। ਤੇ ਜੇ ਉਸ ਗ੍ਰੰਥੀ ਦਾ ਥੋੜਾ ਬਹੁਤਾ ਕੋਈ ਕੰਮ ਹੋ ਜੇ, ਉਹਦਾ ਬੱਚਾ ਕੋਈ ਕੰਪਿਊਟਰ ਕਰ ਜਾਏ, ਉਹਦਾ ਬੱਚਾ ਕੋਈ ਇੰਜੀਨੀਅਰ ਵਕੀਲ ਬਣ ਜਾਏ। ਪਿੱਛੇ ਜੀ ਵੀ ਘਟਨਾ ਹੋਈ ਹੈ, ਉਹ ਪੁੱਛਿਆ ਗਿਆ ਇਹਦੇ ਕੋਲੇ ਗੱਡੀ ਹੈ ਜੀ, ਉਹਦੇ ਕੋਲੇ ਗੱਡੀ ਹੈ ਜੀ। ਉਹਨਾਂ ਨੇ ਦੱਸਿਆ, ਕਹਿਣ ਲੱਗੇ ਭਾਈ ਸਾਹਿਬ ਸਾਡੇ ਬੱਚੇ ਕੈਨੇਡਾ 'ਚ ਨੇ, ਸਾਡੇ ਬੱਚੇ ਉੱਥੇ ਇੰਜੀਨੀਅਰ ਨੇ। ਹੁਣ ਸਾਨੂੰ ਤੇ ਆਉਂਦਾ ਕੁਛ ਨਹੀਂ, ਅਸੀਂ ਤੇ ਇਹੀ ਸੇਵਾ ਕੀਤੀ ਔਰ ਇਸੇ ਸੇਵਾ ਦਾ ਹੀ ਸਾਨੂੰ ਫਲ ਮਿਲਿਆ। ਇਸ ਕਰਕੇ ਮੈਂ ਬੇਨਤੀ ਕਰਾਂ, ਕਵੀ ਭਾਈ ਸੰਤੋਖ ਸਿੰਘ ਕਹਿੰਦੇ ਨੇ ਮੇਰੇ ਮਨਾ ਆ ਮੈਂ ਤੈਨੂੰ ਗੁਰੂ ਦੀ ਸ਼ਰਨ ਲੈ ਕੇ ਜਾਵਾਂ। ਅਸੀਂ ਇੱਥੇ ਆਉਨੇ ਆ ਨਾ, ਜਿੰਨੇ ਵੱਡੇ ਥਾਂ ਤੇ ਆਉਨੇ ਆ, ਕਦੇ ਏਡੀ ਵੱਡੀ ਪ੍ਰਾਪਤੀ ਦੇ ਹੱਕਦਾਰ ਨਹੀਂ ਬਣੇ ਅਸੀਂ, ਕਿਉਂਕਿ ਅਸੀਂ ਆਪਣਾ ਆਉਣਾ ਵੀ ਵਿਅਰਥ ਗਵਾਉਂਦੇ ਆ, ਬੈਠਣਾ ਵੀ ਵਿਅਰਥ ਗਵਾਉਂਦੇ ਆ। ਕਈ ਤੇ ਨਿਆਣੇ ਖੜਾ ਖੜੂ ਕੇ ਚਲੇ ਜਾਂਦੇ ਨੇ, ਕਈ ਬੈਠੇ ਆਪਣਾ ਫੋਨ ਬੁੱਕ ਨੂੰ ਸੈੱਟ ਕਰਕੇ ਚਲੇ ਜਾਂਦੇ ਨੇ।
ਕਈ ਤਾਂ ਇੱਥੇ ਬੈਠ ਬੈਠ ਕੇ ਵੀ ਆਪਣਾ ਸਟੇਟਸ ਸ਼ੋਅ ਕਰੀ ਜਾਂਦੇ ਨੇ। ਉਹ ਦੁਨੀਆ ਨੂੰ ਦੱਸ ਰਹੇ ਹੁੰਦੇ ਵੀ ਇਸ ਵੇਲੇ ਮੈਂ ਬੰਗਲਾ ਸਾਹਿਬ ਹੈਗਾ, ਵੀ ਦੱਸੋ ਤੂੰ ਬੰਗਲਾ ਸਾਹਿਬ ਹੈ ਤੇ ਲੋਕ ਕੀ ਕਰਨ। ਕਦੇ ਤੁਸੀਂ ਇਹਦਾ ਰਿਜ਼ਲਟ, ਇਹਦੀ ਰਿਪੋਰਟ, ਇਹਦੀ ਰਿਟਰਨ ਵੇਖੀ? ਤੁਸੀਂ ਕੁਝ ਮਿਲਿਆ ਤੁਹਾਨੂੰ ਕਦੇ? ਨਾ, ਕੁਝ ਵੀ ਨਹੀਂ, ਨਥਿੰਗ, ਜ਼ੀਰੋ। ਸਿਰਫ ਇੱਕ ਝੂਠੀ ਖਸ਼ਨੂਦੀ ਉਹਨੂੰ ਕਹਿੰਦੇ ਨੇ। ਮੈਂ ਫਿਰ ਬੇਨਤੀ ਕਰਾਂ, ਇਸ ਗੱਲ ਨੂੰ ਪੱਲੇ ਬੰਨ ਲਓ। ਚੱਲ ਬੁੱਲਿਆ, ਚੱਲ ਉੱਥੇ ਵਸੀਏ ਜਿੱਥੇ ਹੋਵਣ ਅੰਨੇ, ਨਾ ਕੋਈ ਤੇਰੀ ਜਾਤ ਪਛਾਣੇ, ਨਾ ਕੋਈ ਤੈਨੂੰ ਮੰਨੇ। ਜਦੋਂ ਇੱਥੇ ਆਉਣਾ ਹੈ ਨਾ, ਕੋਸ਼ਿਸ਼ ਕਰੋ ਬੰਦਾ ਪਹਿਚਾਣੇ ਵੀ ਨਾ ਤੁਹਾਨੂੰ। ਇੱਥੇ ਰੱਬ ਦੇ ਘਰ ਵਿੱਚ ਤੁਹਾਡੀ ਪਹਿਚਾਣ ਹੋ ਜਾਏ ਤੇ ਇੱਕ ਵਾਰੀ ਆਉਣਾ ਹੀ ਮੁਬਾਰਕ ਹੈ। ਪਰ ਜੇ ਤਿਸ ਨਜ਼ਰ ਨਾ ਆਵਈ, ਕੀ ਪੰਕਤੀ ਅੱਗੇ ਪੜਿਓ ਸਾਰੇ ਜਣੇ, ਬਾਤ ਨਾ ਪੁੱਛੈ ਕਿ ਕਿਸੇ ਨਹੀਂ ਪੁੱਛਣਾ। ਆ ਜਿਹੜੀਆਂ ਦੁਨੀਆ ਦੀਆਂ ਆਪਾਂ ਬਣਾ ਕੇ ਬੈਠੇ ਆ ਨਾ ਸਾਂਝਾਂ, ਇਹ ਕਿਸੇ ਕੰਮ ਨਹੀਂ ਆਉਣੀਆਂ, ਇਹ ਵਿਅਰਥ ਨੇ ਸਾਰੀਆਂ। ਨਹੀਂ ਤਾਂ ਇਸ ਕਰੋਨੇ ਨੇ ਤੇ ਬੜੇ ਬੜੇ ਪਹਾੜੇ ਪੜਾਤੇ ਲੋਕਾਂ ਨੂੰ। ਕੋਈ ਕਿਸੇ ਲਈ ਪੈਸਾ ਲੈ ਕੇ ਨਹੀਂ ਗਿਆ, ਕੋਈ ਕਿਸੇ ਦਾ ਹਸਪੀਟਲ ਪਤਾ ਲੈਣ ਨਹੀਂ ਗਿਆ। ਜੇ ਮਰ ਗਿਆ ਤੇ ਕੋਈ ਸਾੜਨ ਨਹੀਂ ਗਿਆ ਨਾਲ, ਕੋਈ ਉਹਦੇ ਫੁੱਲ ਤਾਰਨ ਨਹੀਂ ਗਿਆ, ਕੋਈ ਉਹਦੇ ਭੋਗ ਤੇ ਨਹੀਂ ਆਇਆ। ਤੇ ਇਹ ਝੂਠੀਆਂ ਸਾਂਝਾਂ ਕਿਸ ਕੰਮ ਨੇ? ਕਵੀ ਭਾਈ ਸੰਤੋਖ ਸਿੰਘ ਕਹਿੰਦੇ, ਮੇਰੇ ਮਨਾ ਚੱਲ ਰੱਬ ਗੁਰੂ ਨੂੰ ਬੰਦਨਾ ਕਰੀਏ। ਸੱਚਾ ਗੁਰੂ ਜਿਹੜਾ ਹੈ ਉਹ ਭਵ ਸਾਗਰ ਤੋਂ ਪਾਰ ਕਰੇਗਾ। ਹਾਂਜੀ। ਸ਼੍ਰੀ ਅੰਗਦ ਸ਼੍ਰੇਸ਼ਟ ਗੁਣ ਖਾਨੀ, ਸੁੰਦਰ ਕਥਾ ਸੁਣੋ ਸੁਖ ਦਾਨੀ। ਹੇ ਗੁਰੂ ਅੰਗਦ ਸਾਹਿਬ, ਗੁਣਾ ਦੀ ਖਾਨ ਸਤਿਗੁਰੂ, ਅਗਲੀ ਕਥਾ ਸੁਣੋ। ਇਹ ਕਥਾ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਹੈ। ਹਾਂਜੀ। ਵਿਚਰਤ ਬਹੁਰ ਵੇਖ ਅਸ ਧਰ ਕੈ, ਲੋਕਨ ਕੋ ਕਲਿਆਣ ਵਿਚਰ ਕੈ। ਸਤਿਗੁਰੂ ਜੀ ਕਈ ਭੇਖ ਵਟਾਏ ਸਨ, ਪਰ ਲੋਕਾਂ ਦੇ ਕਲਿਆਣ ਵਾਸਤੇ। ਅੱਗੇ ਜਾ ਕੇ ਇੱਕ ਸ਼ਬਦ ਆਏਗਾ ਕਿ ਭੇਖ ਦਿਖਾਏ ਜਗਤ ਕੋ, ਲੋਗਨ ਕੋ ਬਸ ਕੀਨ। ਅਮੂਮਨ ਦੁਨੀਆ ਪਖੰਡ ਕਰਦੀ ਹੈ, ਭੇਖ ਕਰਦੀ ਹੈ, ਅਡੰਬਰ ਕਰਦੀ ਹੈ ਲੋਕਾਂ ਨੂੰ ਭਰਮਾਉਣ ਵਾਸਤੇ, ਲੋਕਾਂ ਨੂੰ ਆਪਣੇ ਵਸ ਵਿੱਚ ਕਰਨ ਵਾਸਤੇ। ਗੁਰੂ ਨਾਨਕ ਨਹੀਂ ਕਰਦੇ। ਗੁਰੂ ਨਾਨਕ ਸਾਹਿਬ ਜੀ ਕਰਦੇ ਨੇ, ਲੋਕਨ ਕੋ ਕਲਿਆਣ ਵਿਚਰ ਕੇ, ਲੋਕਾਂ ਦੇ ਕਲਿਆਣ ਵਾਸਤੇ, ਲੋਕਾਂ ਦੀ ਭਲਾਈ ਵਾਸਤੇ, ਲੋਕਾਂ ਦੀ ਮੁਕਤੀ ਵਾਸਤੇ। ਹਾਂਜੀ। ਰਾਮਤ ਕਰਤੇ ਸਹਿਜ ਸੁਪਾਏ, ਲਵਪੁਰ ਮਾਹੀ ਚੱਲ ਕਰ ਆਏ। ਚਲਦੇ ਚਲਦੇ ਸਤਿਗੁਰੂ ਦਿੱਲੀ ਤੋਂ ਨਿਕਲੇ, ਜਦੋਂ ਲਾਹੌਰ ਪਹੁੰਚ ਗਏ। ਇਹਨੂੰ ਕਹਿੰਦੇ ਨੇ ਲਵਪੁਰ। ਇੱਕ ਮਨੌਤ ਹੈ ਕਿ ਸ਼੍ਰੀ ਰਾਮਚੰਦਰ ਜੀ ਦੇ ਦੋ ਪੁੱਤਰ ਹੋਏ ਨੇ, ਲਵ ਤੇ ਕੁਸ਼। ਲਵ ਤੋਂ ਲਾਹੌਰ ਤੇ ਕੁਸ਼ ਤੋਂ ਕਸੂਰ। ਇਹ ਦੋ ਨਗਰ ਵਸੇ ਨੇ, ਇਸੇ ਕਰਕੇ ਉਹਨੂੰ ਲਵਪੁਰ ਕਿਹਾ ਹੈ। ਦੂਜੇ ਦਾ ਨਾਂ ਜਿਹੜਾ ਹੈ ਉਹ ਕਸੂਰ ਹੈ। ਇਹ ਸ਼੍ਰੀ ਰਾਮਚੰਦਰ ਜੀ ਦੇ ਪੁੱਤਰਾਂ ਦੇ ਨਾਮ ਤੋਂ ਇਹ ਦੋ ਸ਼ਹਿਰ ਮੰਨੇ ਗਏ ਨੇ। ਸਤਿਗੁਰੂ ਪਹੁੰਚੇ ਨੇ ਲਾਹੌਰ, ਲਵਪੁਰ। ਹਾਂਜੀ। ਉਤੋਕ ਸਾਹਿਬ ਪੁਰਾ ਜਿਹ ਥਾਨਾ, ਤਹਾਂ ਠਾਂਡ ਪੇ ਕਿਰਪਾ ਨਿਦਾਨਾ। ਸਤਿਗੁਰੂ ਜੀ ਚੱਲਦੇ ਚੱਲਦੇ ਉੱਥੇ ਪਹੁੰਚੇ ਨੇ ਜਿੱਥੇ ਕਸਾਈਆਂ ਦਾ ਮਹੱਲਾ ਹੈ। ਉੱਥੇ ਬੱਕਰੇ, ਗਾਵਾਂ, ਲੋਕ ਮਾਸ ਕੱਟਣ ਵਾਸਤੇ ਲੱਗੇ ਹੋਏ ਨੇ। ਹਾਂਜੀ। ਗੋਬਦ ਮਹਾ ਪਾਪ ਅਵਲੋਕਾ,
ਪੂਰਾ ਤੁਰਕ ਤਪ ਲਖ ਰਿਸ ਰੋਕਾ। ਇੱਥੇ ਜਦੋਂ ਸਤਿਗੁਰੂ ਜੀ ਨੇ ਜਾਨਵਰਾਂ ਦੀ ਕੱਟਾ ਵੱਢੀ ਵੇਖੀ ਹੈ ਤਾਂ ਸਤਿਗੁਰੂ ਪਿਤਾ ਮਹਾਰਾਜ ਦੇ ਮਨ ਵਿੱਚ ਤਰਸ ਆਇਆ, ਦਇਆ ਆਈ। ਹਾਂਜੀ, ਨਾਤੁਰ ਨਾਸ਼ ਕਰਨ ਇਸ਼ ਧਾਰੀ, ਤਦਪ ਕ੍ਰੋਧ ਸਿਉ ਗੇਰਾ ਉਚਾਰੀ। ਤਦੋਂ ਸਤਿਗੁਰੂ ਜੀ ਨੇ ਆਪਣੇ ਮੁਖ ਤੋਂ ਵਾਰਾਂ ਤੇ ਵਧੀਕ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ, ਇੱਥੇ ਉਚਾਰਿਆ ਸੀ। ਹਾਂਜੀ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਇਹ ਪੰਕਤੀ ਸਤਿਗੁਰੂ ਦੀ ਬਾਣੀ ਦੇ ਵਿੱਚ ਦਰਜ ਹੈ। ਇਹ ਲਾਹੌਰ ਸ਼ਹਿਰ ਹੈ ਜਿੱਥੇ ਹਮੇਸ਼ਾ ਇਹ ਜ਼ਹਿਰ ਕਹਿਰ ਦਾ ਵਰਤਾਰਾ ਹੈ ਭਾਈ। ਹਾਂਜੀ, ਅਸ ਕਹਿ ਬੋਲੇ ਬਚਨ ਬਹੂਰੂ, ਸੁਣ ਬਾਲੇ ਅਬ ਤੁਰਕਣ ਜੋਰੂ। ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਹੁਣ ਮੁਗਲਾਂ ਦਾ, ਤੁਰਕਾਂ ਦਾ ਰਾਜ ਹੈ। ਹਾਂਜੀ, ਦਸਵਾਂ ਜਾਮਾ ਪਹਿਰੋਂ ਜਬ ਹੀ, ਧਰਮ ਪੰਥ ਪ੍ਰਗਟਾਵੋਂ ਤਬ ਹੀ। ਜਦੋਂ ਦਸਵਾਂ ਜਾਮਾ ਆਏਗਾ ਤੇ ਉਦੋਂ ਧਰਮ ਪ੍ਰਗਟ ਹੋਏਗਾ। ਹਾਂਜੀ, ਆ ਜੁਧ ਧਰ ਕੈ ਜੁਧ ਮਚਾਵੈ, ਤੁਰਕਣ ਕੀ ਸਭ ਸਫਾ ਬਿਠਾਵੈ। ਤਦੋਂ ਸਿੱਖ ਸ਼ਸਤਰਬੱਧ ਹੋ ਕੇ ਇਹ ਜਿਹੜਾ ਪਾਪ ਦਾ ਰਾਜ ਹੈ ਇਹਦੀਆਂ ਜੜ੍ਹਾਂ ਉਖਾੜਨਗੇ। ਹਾਂਜੀ, ਮਹਾ ਪਾਪ ਸੋ ਦੇਹੈ ਹਟਾਈ, ਧਰਮ ਨੀਤ ਜੁਧ ਰਾਜ ਪੁੰਜਾਈ। ਤਦੋਂ ਫਿਰ ਇਹਨਾਂ ਨੂੰ ਪਾਪ ਦੇ ਕਰਮ ਕਰਨ ਤੋਂ ਹਟਾਇਆ ਜਾਏਗਾ। ਧਰਮ ਨੀਤੀ ਇਹਨਾਂ ਨੂੰ ਬਖਸ਼ਿਸ਼ ਕੀਤੀ ਜਾਏਗੀ ਕਿ ਭਾਈ ਧਰਮ ਦੀ ਨੀਤੀ ਕਰੋ, ਪਾਪ ਦੀ ਨੀਤੀ ਨਾ ਕਰੋ। ਰਾਜ ਕਰਨਾ ਗੁਨਾਹ ਨਹੀਂ ਹੈ, ਰਾਜ ਤਾਂ ਰਾਜੇ ਜਨਕ ਨੇ ਵੀ ਕੀਤਾ ਹੈ, ਰਾਜ ਤੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੀਤਾ। ਕੀ ਆਪ ਜੀ ਨੂੰ ਪਤਾ ਹੈ ਇੱਕ ਉਹ ਮੁਗਲਾਂ ਦੀ ਸਲਤਨਤ ਜਿੱਥੇ ਕਦੇ ਗੁਰੂ ਤੇਗ ਬਹਾਦਰ, ਕਦੇ ਗੁਰੂ ਅਰਜਨ ਦੇਵ ਮਹਾਰਾਜ, ਕਦੇ ਗੁਰੂ ਕੇ ਛੋਟੇ ਛੋਟੇ ਲਾਲ, ਕਦੇ ਭਾਈ ਮਤੀ ਦਾਸ, ਕਦੇ ਭਾਈ ਸਤੀ ਦਾਸ, ਕਦੇ ਭਾਈ ਦਿਆਲਾ ਜੀ, ਕਦੇ ਸਰਮਦ ਵਰਗੇ ਫਕੀਰ ਤੇ ਕਦੇ ਦਾਰਾ ਸ਼ਕੋ ਵਰਗੇ ਸਕੇ ਭਰਾ ਸ਼ਹੀਦ ਕਰ ਦਿੱਤੇ ਗਏ, ਮਾਰ ਦਿੱਤੇ ਗਏ। ਪਰ ਇੱਕ ਵਕਤ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ 39 ਸਾਲ ਕਦੇ ਪੜ੍ਹਿਓ, ਇੱਥੇ ਕਦੇ ਕਿਸੇ ਨੂੰ ਫਾਂਸੀ ਦੀ ਸਜ਼ਾ ਨਹੀਂ ਹੋਈ। ਐਵੇਂ ਥੋੜਾ ਉਹਨੂੰ ਖਾਲਸਾ ਰਾਜ ਕਿਹਾ ਜਾਂਦਾ ਹੈ। 39 ਸਾਲ, ਇੱਕ ਘੱਟ 40, 39 ਈਅਰ ਕਦੇ ਕਿਸੇ ਨੂੰ ਹਿੰਦੁਸਤਾਨ ਦੇ ਵਿੱਚ ਫਾਂਸੀ ਨਹੀਂ ਸੀ ਦਿੱਤੀ ਗਈ। ਫਿਰ ਸਾਰਿਆਂ ਵਾਸਤੇ ਰਾਜ ਬਰਾਬਰ ਸੀ। ਇਹ ਗੱਲ ਕਿਸੇ ਨੂੰ ਵੀ ਨਹੀਂ ਸਮਝ ਆ ਰਹੀ। ਵੇਖੋ ਜਦੋਂ ਤੁਸੀਂ ਇਲੈਕਸ਼ਨਾਂ ਲੜਦੇ ਹੋ ਨਾ, ਉਦੋਂ ਤੁਹਾਡੀਆਂ ਪਾਰਟੀਆਂ ਨੇ, ਪਰ ਜਦੋਂ ਸਰਕਾਰ ਬਣ ਜਾਂਦੀ ਹੈ, ਸਰਕਾਰ ਫਿਰ ਸਾਰੀ ਪ੍ਰਜਾ ਦੀ ਹੁੰਦੀ ਹੈ। ਫਿਰ ਇਹ ਤਾਂ ਨਹੀਂ ਨਾ ਵੀ ਤੁਸੀਂ ਇਸ ਸਟੇਟ ਨੂੰ ਇੰਨਾ ਦੇ ਦਿਓਗੇ ਤੇ ਦੂਜੇ ਨੂੰ ਦਿਓਗੇ ਹੀ ਨਹੀਂ। ਕਿਉਂ ਬਈ? ਇਹ ਫਿਰ ਰਾਜੇ ਚੁਣੀ ਨਿਆਮਕੀ ਨਹੀਂ ਹੈ। ਜਦੋਂ ਰਾਜੇ ਲੋਧੀ ਸਿਕੰਦਰ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ ਉਪਦੇਸ਼ ਦਿਓ, ਤੇ ਸਤਿਗੁਰਾਂ ਨੇ ਇਹ ਤੇ ਨਹੀਂ ਸੀ ਕਿਹਾ ਵੀ ਲੋਕਾਂ ਨੂੰ 2-2 ਮਣ ਕਣਕ ਦੇ ਦੇ, ਲੋਕਾਂ ਨੂੰ 10-10 ਸੋਨੇ ਦੀਆਂ ਮੋਹਰਾਂ ਦੇ ਦੇ ਨਾ। ਸਤਿਗੁਰਾਂ ਕਿਹਾ ਸੀ ਧਰਮ ਨਿਆਏ ਕਰੀ। ਧਰਮ ਨਿਆਏ ਦੇ ਵਿੱਚ ਸਭ ਕੁਝ ਆ ਜਾਂਦਾ ਹੈ। ਹੁਣ ਜਿਵੇਂ ਸਤਿਗੁਰੂ ਦੀ ਬਾਣੀ ਚ ਆਉਂਦਾ, ਬੋਲੀਏ ਸੱਚ, ਧਰਮ, ਝੂਠ ਨਾ ਬੋਲੀਏ। ਹੁਣ ਇਹਨਾਂ 3 ਗੱਲਾਂ ਦੇ ਵਿੱਚ ਤੁਹਾਡੀ ਸਾਰੀ ਜ਼ਿੰਦਗੀ ਫਰੇਮ ਹੋ ਜਾਏਗੀ। ਸੱਚ ਬੋਲਣਾ ਸ਼ੁਰੂ ਕਰ ਦਿਓ, ਝੂਠ ਬਿਲਕੁਲ ਨਾ ਬੋਲੋ, ਧਰਮ ਕਮਾਉਣਾ ਸ਼ੁਰੂ ਕਰ ਦਿਓ। ਕਈ ਵਾਰੀ ਆਪਾਂ ਸੋਚਦੇ ਆ ਨਾ ਵੀ ਮੈਂ ਇਹ ਕਰਨਾ ਜੀ, ਮੈਂ ਉਹ ਕਰਨਾ ਜੀ, ਮੈਂ ਆਪਣੀ ਜ਼ਿੰਦਗੀ 'ਚ ਬਦਲਾਓ ਲੈ ਕੇ ਆਉਣਾ ਹੈ ਜੀ। ਨਹੀਂ, ਕੁਛ ਨਹੀਂ ਕਰਨ ਦੀ ਲੋੜ। ਹੁਣ ਕਈ ਕਹਿੰਦੇ ਨੇ ਸੱਜਣ ਜੀ ਸੱਚ ਬੋਲਣ ਦੀ ਕੋਸ਼ਿਸ਼ ਕਰੀਦੀ ਹੈ। ਉਹ ਕਿਉਂ ਬਈ? ਇੰਨਾ ਸਾਹ ਚੜਾਉਣ ਦੀ ਕੀ ਲੋੜ ਹੈ? ਸੱਚ ਬੋਲਣ ਲਈ ਸਾਹ ਚੜਾਉਣ ਦੀ ਲੋੜ ਨਹੀਂ। ਜਿਹੜਾ ਝੂਠ ਬੋਲਦਾ ਉਹ ਛੱਡ ਦੇ, ਜੋ ਬਾਕੀ ਬਚੇਗਾ ਉਹ ਸੱਚ ਹੀ ਸੱਚ ਹੈ। ਸਤਿਗੁਰੂ ਦੀ ਬਾਣੀ ਜਿਹੜੀ ਸਵੇਰੇ ਪੜ੍ਹਦੇ ਆ ਨਾ ਆਸਾ ਕੀ ਵਾਰ, ਉਹਦੇ 'ਚ ਇੱਕ ਪੰਕਤੀ ਆਉਂਦੀ ਹੈ, ਮੁਖ ਝੂਠ ਬੇਭੂਖਣ ਸਾਰੰਗ
ਇਹਦਾ ਪਤਾ ਅਰਥ ਕੀ ਹੈ? ਕਹਿੰਦੇ ਬੰਦਾ ਝੂਠ ਨੂੰ ਗਹਿਣੇ ਪਾ ਕੇ ਬੋਲਦਾ ਹੈ। ਹੁਣ ਤੁਸੀਂ ਸੋਚੋਗੇ ਗਹਿਣੇ ਦਾ ਭਾਵ ਹੈ ਕਰਜ਼ੇ ਰੱਖ ਕੇ ਬੋਲਦਾ ਹੈ। ਨਹੀਂ, ਉਹ ਗਹਿਣੇ ਨਹੀਂ। ਉਹ ਗਹਿਣੇ ਜਿਹੜੇ ਭੈਣਾਂ ਪਾਉਂਦੀਆਂ ਨੇ, ਜਦੋਂ ਭੈਣਾਂ ਤਿਆਰ ਹੁੰਦੀਆਂ ਨੇ ਨਾ, ਕਦੇ ਕੰਨਾਂ 'ਚ ਕਾਂਟੇ, ਗਲ 'ਚ ਚੈਨੀ, ਉਹਦੇ ਵਿੱਚ ਲਾਕਟ, ਮੱਥੇ ਤੇ ਟਿੱਕਾ। ਕਹਿੰਦੇ ਬੰਦਿਆ ਜਦੋਂ ਤੂੰ ਝੂਠ ਬੋਲਦਾ ਹੈ ਤੇ ਝੂਠ ਨੂੰ ਗਹਿਣੇ ਪਾਉਣਾ ਹੈ। ਉਹਨੂੰ ਮੁੰਦਰੀਆਂ ਪਾ ਕੇ, ਛਾਪਾਂ ਪਾ ਕੇ, ਕੜੇ ਪਾ ਕੇ, ਚੈਨੀਆਂ ਪਾ ਕੇ, ਇੰਨਾ ਸਜਾ ਕੇ ਝੂਠ ਬੋਲਦਾ, ਸਿੱਧਾ ਹੀ ਚੱਲ ਜਾਂਦਾ ਹੈ। ਝੂਠ ਦਾ ਸ਼ਿੰਗਾਰ ਕੀਤਾ ਜਾਂਦਾ ਹੈ। ਪਹਿਲਾਂ ਝੂਠ ਬੋਲਣ ਲਈ ਝੂਠ ਨੂੰ ਫੈਸ਼ਨ ਕਰਾਇਆ ਜਾਂਦਾ ਹੈ। ਇੰਨਾ ਪੋਲਿਸ਼ ਕੀਤਾ ਜਾਂਦਾ ਹੈ, ਇੰਨਾ ਪੋਲਿਸ਼ ਕੀਤਾ ਜਾਂਦਾ ਹੈ ਕਿ ਲੋਕ ਸੱਚ ਮੰਨ ਲੈਂਦੇ ਨੇ ਉਹਨੂੰ। ਇਹ ਤੁਸੀਂ ਪੁੱਛੋਗੇ ਕਿੱਥੇ ਲਿਖਿਆ ਹੈ? ਗੁਰੂ ਗ੍ਰੰਥ ਸਾਹਿਬ 'ਚ ਲਿਖਿਆ। ਇਹ ਕਦੋਂ ਪੜ੍ਹਿਆ ਜਾਂਦਾ ਹੈ? ਇਹ ਹਰ ਗੁਰਦੁਆਰੇ ਵਿੱਚ ਸਵੇਰੇ ਰੋਜ਼ ਪੜ੍ਹਿਆ ਜਾਂਦਾ ਹੈ ਕਿ ਮੁੱਖ ਝੂਠ ਵਿਭੂਖਣ ਸਾਰੰਗ। ਬੰਦਿਆ ਝੂਠ ਬੋਲਦਾ ਹੈ ਤੇ ਝੂਠ ਨੂੰ ਗਹਿਣੇ ਪਾਉਣਾ ਹੈ ਤੂੰ। ਕਦੇ ਸੋਨੇ ਦੀ ਚੈਨੀ ਪਾਉਣਾ ਹੈ, ਕਦੇ ਕਾਂਟੇ ਪਾਉਣਾ ਹੈ, ਕਦੇ ਟਿੱਕੇ ਸੋਨੇ ਦੇ ਲਾਉਣਾ ਹੈ। ਇੰਨਾ ਝੂਠ ਸ਼ਿੰਗਾਰਦਾ ਹੈ ਤੂੰ ਕਿ ਲੋਕ ਸੱਚ ਸਮਝ ਲੈਂਦੇ ਨੇ। ਲੋਕ ਸਮਝਦੇ ਨੇ ਵੀ ਸੱਚ ਹੀ ਹੋਏਗਾ। ਨਹੀਂ, ਸੱਚ ਬੋਲਣ ਦੀ ਲੋੜ ਹੈ। ਸਤਿਗੁਰੂ ਪਿਤਾ ਜੀ ਕਹਿਣ ਲੱਗੇ ਫਿਰ ਮਹਾਪਾਪ ਤੋਂ ਰੋਕਿਆ ਜਾਏਗਾ, ਧਰਮ ਨਿਆਉ ਦੀ ਨੀਤੀ ਬਖਸ਼ੀ ਜਾਏਗੀ। ਹਾਂਜੀ। ਨਹਿ ਠਹਿਰੋ ਅਬ ਚਲ ਮਰਦਾਨਾ, ਨਿਕਸੇ ਵਹਿਰ ਗਏ ਇਕ ਥਾਨਾ। ਸਤਿਗੁਰੂ ਕਹਿਣ ਲੱਗੇ ਮਰਦਾਨਿਆ ਚੱਲ, ਇਸ ਪਾਪ ਦੀ ਨਗਰੀ ਵਿੱਚ ਰੋਕ ਕੇ ਕੀ ਕਰਾਂਗੇ? ਇਹ ਤੇ ਜਾਨਵਰਾਂ ਦੀ ਕੱਟਾ ਵੱਢੀ ਕਰੀ ਤੁਰੇ ਆਉਂਦੇ ਨੇ। ਸਤਿਗੁਰੂ ਲਾਹੌਰ ਦੀ ਨਗਰੀ ਤੋਂ ਬਾਹਰ ਆਏ ਨੇ। ਹਾਂਜੀ। ਇਕ ਦਿਜ ਦੰਬੀ ਹੁਤੋ ਅਗਾਰੀ, ਬਹੁ ਪਖੰਡ ਜਿਨ ਕੀਨ ਸਵਾਰੀ। ਅੱਗੋਂ ਇੱਕ ਮਿਲ ਗਿਆ ਪਖੰਡੀ। ਪਖੰਡੀ ਕੈਸਾ? ਪਖੰਡ ਵੀ ਉਹਨੇ ਕਮਾਲ ਦਾ ਕੀਤਾ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਦੁਨੀਆ ਦੇ ਵਿੱਚ ਲੋਕ ਨਕਲ ਬਣਾਉਂਦੇ ਨੇ। ਇਕੱਲੇ ਲੋਕ ਨਕਲਾਂ ਉਤਾਰਦੇ ਨਹੀਂ, ਵੀ ਕਿਸੇ ਨੇ ਮੇਰੇ ਵਰਗਾ ਮੂੰਹ ਬਣਾ ਕੇ ਬੋਲਣਾ ਸਿੱਖ ਲਿਆ, ਕਿਸੇ ਨੇ ਕੋਈ ਹੋਰ ਨਕਲ ਉਤਾਰਨ ਦੀ, ਇੱਦਾਂ ਦੇ ਕੱਪੜੇ ਪਾਉਣ ਦੀ ਨਕਲ ਉਤਾਰਨ ਦੀ ਕੋਸ਼ਿਸ਼ ਕੀਤੀ। ਨਹੀਂ, ਦੁਨੀਆ ਬਿਜ਼ਨਸ ਵਪਾਰ ਵਿੱਚ ਵੀ ਕਰਦੀ ਹੈ। ਪਰ ਇਹ ਚੇਤਾ ਰੱਖਣਾ, ਨਕਲ ਉਹਦੀ ਵਿਕਦੀ ਹੈ ਜਿਹਦੀ ਅਸਲ ਵਿਕਦੀ ਹੋਵੇ। ਹੁਣ ਜਿਹੜੀ ਕੰਪਨੀ ਦਾ ਮਾਲ ਅਸਲੀ ਨਹੀਂ ਵਿਕਦਾ, ਹੁਣ ਉਹਦਾ ਕੋਈ ਨਕਲੀ ਬਣਾ ਕੇ ਕਵੇ ਵੀ ਮੈਂ ਵੇਚ ਲਵਾਂਗਾ ਤੇ ਵਟ ਲਵਾਂਗਾ, ਕੁਛ ਨਾ ਕੁਛ ਨਹੀਂ ਮਿਲੇਗਾ। ਜਿਹੜੀ ਕੰਪਨੀ ਦਾ ਅਸਲੀ ਮਾਲ ਵਿਕਦਾ ਹੈ, ਉਸ ਕੰਪਨੀ ਦਾ ਨਕਲੀ ਮਾਲ ਤਿਆਰ ਕਰਕੇ ਬੜੀ ਦੁਨੀਆ ਰੋਟੀ ਖਾਂਦੀ ਹੈ। ਲੋਕ ਨਕਲਾਂ ਤਿਆਰ ਕਰਦੇ ਨੇ। ਇਸੇ ਤਰ੍ਹਾਂ ਇਹ ਜਿਹੜਾ ਦੰਭੀ ਸੀ, ਪਖੰਡੀ ਸੀ, ਇਹਨੇ ਵੀ ਜਿਵੇਂ ਸਤਿਗੁਰੂ ਲਾਹੌਰ ਤੋਂ ਬਾਹਰ ਆਏ ਤੇ ਅੱਗੋਂ ਮਿਲ ਗਿਆ, ਬਹੁ ਪਖੰਡ ਜਿਨ ਕੀਨ ਸਵਾਰੀ। ਬੜਾ ਆਪਣੇ ਆਪ ਨੂੰ ਸਵਾਰ ਕੇ ਪਖੰਡ ਕੀਤਾ। ਇਹ ਮਤ ਸੋਚਣਾ ਵੀ ਸਿਰਫ ਸਮਾਨ ਹੀ ਵਿਕਦਾ ਬਾਜ਼ਾਰਾਂ 'ਚ, ਨਹੀਂ, ਧਰਮ ਵੀ ਇੱਦਾਂ ਹੀ ਵਿਕਦਾ ਹੈ। ਇੰਨੇ ਸੰਤ ਨਹੀਂ ਹੈਗੇ ਦੁਨੀਆ ਦੇ ਵਿੱਚ ਜਿੰਨੇ ਅੱਜ ਤੁਰੇ ਫਿਰਦੇ ਨੇ। ਜਿਹੜੇ ਸੁਖਮਣੀ ਸਾਹਿਬ ਵਾਲੇ ਸੰਤ ਨੇ ਬੜੇ ਥੋੜੇ ਨੇ, ਹੈਨ ਵਿਰਲੇ ਨਾਹੀ ਕਣੇ। ਇਹ ਲਿਖਿਆ ਗੁਰਬਾਣੀ ਦੇ ਵਿੱਚ। ਫੈਲ ਫੱਕੜ ਸੰਸਾਰ, ਬਾਕੀ ਸਭ ਝੂਠ ਹੀ ਹੈ। ਹਾਂਜੀ। ਗੋਬਰ ਸੋਂ ਧਰ ਲੀਪ ਬਣਾਈ, ਬਹੁਰੋ ਉਪਰ ਕੁਸ਼ਾਡ ਸਾਈ। ਪਹਿਲਾਂ ਤੇ ਉਸ ਪਖੰਡੀ ਨੇ ਗੋਬਰ ਲਿਆ, ਗੋਆ,
ਤੇ ਗੋਹਾ ਵੀ ਉਹਨੇ ਗਊ ਦਾ ਲਿਆ ਹੋਏਗਾ। ਹੁਣ ਵੇਖੋ ਨਾ, ਇਹ ਵੀ ਇੱਕ ਪਖੰਡ ਹੈ। ਹੁਣ ਗੋਬਰ ਕੀ ਹੈ? ਗੋਬਰ ਹੈ ਤਾਂ ਜਾਨਵਰ ਦੀ ਵਿਸ਼ਟਾ ਹੀ ਹੈ ਨਾ। ਹੁਣ ਵਿਸ਼ਟਾ ਤੇ ਕੁੱਤਾ ਬਿੱਲੀ ਵੀ ਕਰਦੇ ਨੇ, ਘੋੜਾ ਵੀ ਕਰਦਾ ਹੈ, ਹਾਥੀ ਵੀ ਕਰਦਾ ਹੈ। ਉਹਦਾ ਤੇ ਕੋਈ ਲੇਪਣ ਨਹੀਂ ਕਰਦਾ, ਸਿਰਫ ਲੇਪਣ ਕੀਤਾ ਜਾਂਦਾ ਹੈ ਗੋਬਰ ਦਾ, ਉਹ ਵੀ ਗਊ ਜਾਂ ਮੱਝ, ਇਹਨਾਂ ਜਾਨਵਰਾਂ ਦਾ। ਪਰ ਉਹਦੇ ਵਿੱਚ ਫਿਰ ਅੱਗੇ ਵੰਡੀ ਪਾਈ ਗਈ ਹੈ ਕਿ ਗਊ ਦਾ ਲੇਪਣ ਜਿਹੜਾ ਉਹ ਜ਼ਿਆਦਾ ਪਵਿੱਤਰ ਹੈ। ਇਸ ਪਖੰਡੀ ਨੇ ਗੋਬਰ ਸੋ ਧਰ ਲੀਪ ਬਣਾਈ। ਪਹਿਲਾਂ ਤੇ ਧਰਤੀ ਤੇ ਪੋਚਾ ਫੇਰਿਆ, ਬਹੁਰੋ ਉੱਪਰ ਕੁਸ਼ਾ ਡਸਾਈ, ਉਹਦੇ ਉੱਤੇ ਦੱਬ ਵਿਛਾ ਲਈ। ਹੁਣ ਫਰਸ਼ ਦੇ ਉੱਤੇ ਪਰਾਲੀ ਵੀ ਸੁੱਟੀ ਜਾ ਸਕਦੀ ਹੈ, ਤੂੜੀ ਵੀ ਵਿਛਾਈ ਜਾ ਸਕਦੀ ਹੈ, ਕੋਈ ਰਜਾਈ, ਤਲਾਈ, ਚਾਦਰ, ਕੰਬਲ, ਗਲੀਚਾ ਉਹ ਵੀ ਸੁੱਟਿਆ ਜਾ ਸਕਦਾ ਹੈ। ਪਰ ਨਹੀਂ, ਉਹਦੇ ਵਿੱਚ ਅੱਗੋਂ ਇੱਕ ਹੋਰ ਆਸਤਾ ਬਣਾਈ ਹੋਈ ਹੈ ਕਿ ਦੱਬ ਲੱਭ ਕੇ ਲਿਆਂਦੀ ਜਾਵੇ। ਜਿਹੜੇ ਕਾਨੇ ਹੁੰਦੇ ਨੇ ਨਾ, ਸਰਕੜੇ ਵਗੈਰਾ, ਇਹ ਉਹਦੇ ਪਰਿਵਾਰ ਦਾ ਇੱਕ ਹਿੱਸਾ ਹੈ ਬਨਸਪਤੀ ਵਿੱਚ, ਕਿ ਉਹਦੇ ਉੱਤੇ ਦੱਬ ਵਿਛਾਈ ਹੈ। ਹਾਂਜੀ। ਬਸਤਰ ਉਤਾਰ ਕੀਨ ਇਸ਼ਨਾਨੇ, ਦਵਾਦਸ ਤਨ ਮੈਂ ਤਿਲਕ ਲਗਾਨੇ। ਫਿਰ ਇਸ ਦੰਭੀ ਪਖੰਡੀ ਨੇ ਇਸ਼ਨਾਨ ਕੀਤਾ। ਫਿਰ ਕੀ ਕੀਤਾ? ਆਪਣੇ ਤਨ ਦੇ ਉੱਤੇ 12 ਤਿਲਕ ਲਗਾਏ। ਅਮੂਮਨ ਤੁਹਾਨੂੰ ਕੋਈ ਹਿੰਦੂ ਵੀਰ ਮਿਲੇ ਨਾ, ਉਹਦੇ ਮੱਥੇ ਤੇ ਇੱਕ ਤਿਲਕ ਹੁੰਦਾ ਹੈ, ਪਰ ਜਿਹੜਾ ਪੂਰਾ ਹਿੰਦੂ ਹੋਏਗਾ ਉਹਦੇ ਕਈ ਪੇਟ ਤੇ ਚੱਕਰ ਬਣੇ ਹੋਣਗੇ, ਪੂਰੇ 10 ਇਹਨਾਂ ਦੀ ਗਿਣਤੀ 12 ਜਿਹੜੇ ਇੱਕ ਤਿਲਕ ਵਾਲਾ ਹੈ ਨਾ, ਉਹ ਛੋਟਾ ਜਿਹਾ ਧਰਮੀ ਹੈ। ਜਿਹਦੇ 12 ਹੋਣ ਫਿਰ ਉਹਨੂੰ ਵੱਡਾ ਧਰਮੀ ਮੰਨਿਆ ਜਾਂਦਾ ਹੈ। ਹਾਂਜੀ। ਰਾਖੇ ਸਾਲ ਗ੍ਰਾਮ ਅਗਾਰੀ, ਪੂਜਣ ਕੀਨ ਸੰਭਾਰ ਸੰਭਾਰੀ। ਫਿਰ ਇਹਨੇ ਕੀ ਕੀਤਾ? ਆਪਣੇ ਅੱਗੇ ਸਾਲਗ੍ਰਾਮ ਰੱਖ ਲੈ, ਪੱਥਰ। ਫਿਰ ਇਹਨੇ ਉਹਨਾਂ ਪੱਥਰਾਂ ਦੀ ਪੂਜਾ ਸ਼ੁਰੂ ਕਰ ਦਿੱਤੀ। ਉਹਨਾਂ ਨੂੰ ਤਿਲਕ ਲਾਉਣਾ, ਉਹਨਾਂ ਨੂੰ ਇਸ਼ਨਾਨ ਕਰਾਉਣਾ, ਉਹਨਾਂ ਨੂੰ ਕੇਸਰ ਲਾਉਣਾ, ਉਹਨਾਂ ਤੇ ਚੰਦਨ ਚੜਾਉਣਾ, ਇਹਨੂੰ ਪੂਜਾ ਕਹਿੰਦੇ ਨੇ। ਹਾਂਜੀ। ਲੈ ਕਰ ਘੰਟਾ ਹਾਥ ਬਜਾਵਾ, ਬਾਰ ਬਾਰ ਧਰ ਪਰ ਸਿਰ ਲਾਵਾ। ਫਿਰ ਉਹਨੇ ਆਪਣੇ ਹੱਥ ਵਿੱਚ ਘੰਟੀ ਫੜ ਲਈ। ਹੁਣ ਛੋਟੀ ਜੀ ਹੋਵੇ ਤੇ ਘੰਟੀ ਹੁੰਦੀ ਹੈ, ਜੇ ਥੋੜਾ ਜਿਹਾ ਭਾਰਾ ਜਿਹਾ ਹੋਵੇ ਤੇ ਉਹਨੂੰ ਘੰਟ ਕਹਿ ਦਿੰਦੇ ਨੇ। ਉਹਨੇ ਹੁਣ ਹੱਥ 'ਚ ਘੰਟ ਫੜ ਲਿਆ, ਉਹ ਖੜਕਾਉਣਾ ਸ਼ੁਰੂ ਕਰ ਦਿੱਤਾ। ਤੇ ਕੱਲਾ ਉਹ ਹੱਥ ਦੇ ਨਾਲ ਘੰਟ ਨਹੀਂ ਵਜਾਉਂਦਾ, ਉਹ ਘੜੀ ਘੜੀ ਸਿਰ ਵੀ ਨਵਾਉਂਦਾ ਹੈ, ਲੋਕਾਂ ਨੂੰ ਇਹ ਦੱਸਣ ਵਾਸਤੇ ਵੀ ਮੇਰੇ ਤੋਂ ਵੱਡਾ ਪੁਜਾਰੀ ਮਤਲਬ ਧਰਤੀ ਤੇ ਵੀ ਨਹੀਂ ਹੋ ਸਕਦਾ, ਤੇ ਇਸ ਇਲਾਕੇ 'ਚ ਤਾਂ ਬਿਲਕੁਲ ਨਹੀਂ ਹੋ ਸਕਦਾ ਨਾ। ਹਾਂਜੀ। ਬਹੁਰੋ ਮਾਲਾ ਲੀਨੀ ਪਾਨਾ, ਨੈਣ ਮੂੰਦ ਬੈਠਿਓ ਬਕ ਧਿਆਨਾ। ਉਹਨੇ ਜੀ ਕੁਝ ਸਮਾਂ ਘੰਟ ਖੜਕਾਇਆ, ਸਜਦੇ ਕੀਤੇ, ਮੱਥੇ ਟੇਕੇ, ਫਿਰ ਉਹਨੇ ਘੰਟ ਰੱਖ ਦਿੱਤਾ। ਫਿਰ ਉਹਨੇ ਮਾਲਾ ਫੜ ਲਈ, ਮਾਲਾ ਵੀ ਵੱਡੀ। ਫਿਰ ਉਹਨੇ ਆਪਣੀਆਂ ਅੱਖਾਂ ਵੀ ਬੰਦ ਕਰ ਲਈਆਂ, ਵੀ ਜਿਸ ਤਰ੍ਹਾਂ ਹੁਣ ਸਮਾਧੀ ਜਿਹੜੀ ਉਹ ਲੱਗ ਗਈ ਹੈ, ਧਿਆਨ ਸੁਰਤ ਜਿਹੜੀ ਹੈ ਉਹ ਬੜੀ ਉੱਚੀ ਥਾਂ ਤੇ ਜਾ ਕੇ ਟਿਕ ਗਈ ਹੈ। ਹਾਂਜੀ। ਦੇਖ ਮਜਾਰ ਲਜਾਵੇ ਜਾਹੀ, ਮਾਇਆ ਕੋ ਲਾਲਚ ਮਨ ਮਾਹੀ। ਦੇਖ ਮੰਝਾਰ ਲਜਾਵਤ ਜਾਹੀ, ਕਹਿੰਦੇ ਤੁਸੀਂ ਇਹ ਸਮਝ ਲਓ ਕਿ ਇਦਾਂ ਦੇ ਪਖੰਡ ਤੇ ਕੋਈ ਬਿੱਲਾ ਵੀ ਨਾ ਕਰੇ, ਉਹਨੂੰ ਵੀ ਲੱਜਾ ਆਵੇ ਵੀ ਇਹਨਾਂ ਤੇ ਯਾਰ ਮੈਂ ਵੀ ਨਹੀਂ ਕਰ ਸਕਦਾ। ਮਾਇਆ ਕੋ ਲਾਲਚ ਮਨ ਮਾਹੀ, ਪਰ ਇਹ ਸਾਰਾ ਕੁਝ ਕਿਉਂ ਕੀਤਾ? ਜਾਂ ਇਉਂ ਕਰ ਲਈਏ ਵੀ ਕੋਈ ਕਰੇ ਤੇ ਕਿਸੇ ਨੂੰ ਕੀ ਇਤਰਾਜ਼ ਹੋਣਾ ਚਾਹੀਦਾ? ਮੈਂ ਆਪਣੇ ਹੱਥ 'ਚ ਮਾਲਾ ਫੜਾ, ਕਿਸੇ ਨੂੰ ਕੀ ਢਿੱਡ ਪੀੜ ਹੈ ਬਈ, ਕਿਸੇ ਨੂੰ ਕੀ ਇਤਰਾਜ਼ ਹੈ?
मैं नहा के 12 ਚੱਕਰ ਬਣਾਵਾਂ, ਕਿਸੇ ਨੂੰ ਕੀ ਤਕਲੀਫ ਹੈ? ਮੈਂ ਗਊ ਦਾ ਗੋਬਰ ਪੋਚਾ ਮਾਰਾਂ, ਮੈਂ ਉੱਤੇ ਦੱਬ ਵਿਛਾਵਾਂ, ਦੱਸੋ ਕਿਸੇ ਦਾ ਕੀ ਲੈਣਾ ਦੇਣਾ ਹੈ? ਨਹੀਂ, ਕਿਸੇ ਦਾ ਕੋਈ ਲੈਣਾ ਦੇਣਾ ਨਹੀਂ, ਤੁਸੀਂ ਜੋ ਮਰਜ਼ੀ ਕਰੋ। ਦੁੱਖ ਇਸ ਗੱਲ ਦਾ ਸੀ ਕਿ ਇਹ ਸਾਰਾ ਕੁਝ ਪਖੰਡ ਸੀ, ਤੇ ਪਖੰਡ ਕਾਹਦੇ ਲਈ ਸੀ? ਮਾਇਆ ਇਕੱਠੀ ਕਰਨ ਲਈ ਸੀ। ਇਹ ਸਾਰਾ ਕੁਝ ਉਹਨੇ ਕੀਤਾ ਸੀ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ। ਬਸ ਇਸ ਗੱਲ ਦਾ ਆਬਜੈਕਸ਼ਨ ਹੈ। ਗੁਰੂ ਨਾਨਕ ਸਾਹਿਬ ਨੂੰ ਜਿਹੜਾ ਇਤਰਾਜ਼ ਹੈ ਉਹ ਇਹ ਹੈ ਕਿ ਤੂੰ ਭਾਈ ਇਹ ਕਰ ਕੀ ਰਿਹਾ ਹੈ? ਲੋਕਾਂ ਤੋਂ 4 ਪੈਸੇ ਲੈਣ ਵਾਸਤੇ ਇਹ ਤੂੰ ਕੀ ਕਰ ਰਿਹਾ ਹੈ? ਕੀ ਬਣਾ ਕੀ ਰਿਹਾ ਹੈ ਤੂੰ ਬਈ? ਹਾਂਜੀ। ਬਹੁ ਨਰ ਆਏ ਬੰਦ ਨਾ ਕਰਈ, ਜਥਾ ਸ਼ਕਤ ਤਹਿ ਭੇਟਾ ਧਰਹੀ। ਬੜੇ ਸਾਰੇ ਲੋਕ ਆਏ, ਹੁਣ ਲੋਕ ਆ ਕੇ ਉਹਨੂੰ ਮੱਥਾ ਟੇਕਣ ਲੱਗ ਪਏ। ਹੱਥ 'ਚ ਮਾਲਾ ਹੈ, ਅੱਖਾਂ ਬੰਦ ਨੇ। ਲੋਕਾਂ ਨੂੰ ਲੱਗਿਆ ਵੀ ਇਹ ਤੇ ਕੋਈ ਬਹੁਤ ਪੁੱਗਿਆ ਹੋਇਆ ਕੋਈ ਮਹਾਤਮਾ ਹੈ। ਲੋਕਾਂ ਨੇ ਆ ਕੇ ਪੈਸੇ ਮੱਥਾ ਟੇਕ ਕੇ ਉਹਨੂੰ ਨਮਸਕਾਰਾਂ ਕੀਤੀਆਂ। ਹਾਂਜੀ। ਸ਼੍ਰੀ ਨਾਨਕ ਤਹਿ ਉਰ ਕੀ ਜਾਣੇ, ਬੋਲੇ ਦੰਭ ਹਾਨ ਕੀ ਬਾਣੇ। ਸਤਿਗੁਰੂ ਪਿਤਾ ਜੀ ਨੇ ਜਾਣ ਲਿਆ ਕਿ ਭੇਖ ਦਿਖਾਏ ਜਗਤ ਕੋ, ਲੋਗਨ ਕੋ ਬਸ ਕੀਨ। ਅੰਤ ਕਾਲ ਕਾਤੀ ਕਟੈ, ਢਾਰ ਅਗਨ ਮੈਂ ਦੀਨ। ਉਹ ਬੰਦਿਆ ਅਖੀਰ ਵਿੱਚ ਕੈਂਚੀ ਨਾਲ ਕੱਟਿਆ ਜਾਏਗਾ। ਤੁਹਾਨੂੰ ਪਤਾ ਕੈਂਚੀ ਦੇ ਕੱਟਣ ਦਾ ਜਿਹੜਾ ਦ੍ਰਿਸ਼ਟਾਂਤ ਕੀ ਹੈ? ਆਖਿਆ ਅਖੀਰ ਕੈਂਚੀ ਨਾਲ ਕੱਟਿਆ ਜਾਏਗਾ, ਬੜਾ ਬਰੀਕ। ਹਾਂਜੀ। ਹੇ ਦਿਜ ਧਿਆਨ ਕਾਹੇ ਕੋ ਤਾਰੀ, ਸਾਲ ਗੁਰਾਮ ਤੁਮਾਰ ਅਗਾਰੀ। ਸਤਿਗੁਰੂ ਕਹਿਣ ਲੱਗੇ ਮਹਾਤਮਾ ਜੀ, ਸਾਲਗ੍ਰਾਮ ਤੁਹਾਡੇ ਸਾਹਮਣੇ ਪਏ ਨੇ, ਤੇ ਅੱਖਾਂ ਬੰਦ ਕਰਕੇ ਧਿਆਨ ਕਿਹਦਾ ਧਰਦੇ ਹੋ? ਜਿਵੇਂ ਆਪਾਂ ਗੁਰਦੁਆਰੇ ਆਉਂਦੇ ਆ ਨਾ, ਤੁਸੀਂ ਵੇਖਿਆ ਹੋਣਾ ਗੁਰਦੁਆਰੇ ਆ ਕੇ ਅਸੀਂ ਅੱਖਾਂ ਬੰਦ ਕਰ ਲੈਂਦੇ ਆ ਵੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਹੈ, ਦੱਸੋ ਕਿਹਦਾ ਧਿਆਨ ਧਰਦੇ ਹੋ ਤੁਸੀਂ ਬਈ? ਜਿਹੜਾ ਉਹ ਧਿਆਨ ਧਰਨਾ ਸੀ ਤੁਸੀਂ ਘਰ ਧਰਨਾ ਸੀ ਆਪਣੇ, ਇੱਥੇ ਨਹੀਂ ਸੀ ਧਰਨਾ। ਇਹ ਠੀਕ ਹੈ ਵੀ ਇੱਧਰ ਉੱਧਰ ਨਹੀਂ ਵੇਖਣਾ ਚਾਹੀਦਾ। ਉਹ ਜਿਹੜੀ ਉਹ ਅਸੀਂ ਆਪਣੀ ਕੈਮਰੇ ਵਾਲੀ ਉਹ ਗਰਦਨ ਬਣਾਉਂਦੇ ਆ ਨਾ, ਵੀ ਸਾਰੇ ਪਾਸੇ ਕਵਰੇਜ ਹੋਣੀ ਚਾਹੀਦੀ ਹੈ, ਬਈ ਇੱਧਰ ਕੌਣ ਲੰਘ ਗਿਆ, ਇੱਧਰ ਕੌਣ ਲੰਘ ਗਿਆ, ਮੇਰੇ ਅੱਗੇ ਕੌਣ ਹੈ, ਮੇਰੇ ਪਿੱਛੇ ਕੌਣ ਹੈ। ਇਹ ਨਹੀਂ ਹੋਣਾ ਚਾਹੀਦਾ। ਪਰ ਇਹਦਾ ਅਰਥ ਇਹ ਵੀ ਨਹੀਂ। ਸਤਿਗੁਰੂ ਕਹਿਣ ਲੱਗੇ ਭਾਈ ਤੂੰ ਸਾਹਮਣੇ ਤੇਰੇ ਸਾਲਗ੍ਰਾਮ ਨੇ। ਸਨਾਤਨ ਮਤ ਵਿੱਚ ਸਾਲਗ੍ਰਾਮਾਂ ਨੂੰ ਹੀ ਭਗਵਾਨ ਮੰਨਿਆ, ਦੇਵਤੇ ਮੰਨਿਆ। ਆਪ ਉਹਨੇ ਉਹਨਾਂ ਦਾ ਇਸ਼ਨਾਨ ਕਰਾਇਆ, ਆਪ ਹੀ ਉਹਨੇ ਉਹਨਾਂ ਦੀ ਪੂਜਾ ਕੀਤੀ ਹੈ, ਆਪ ਹੀ ਉਹਨੇ ਸਾਹਮਣੇ ਰੱਖੇ ਨੇ, ਤੇ ਸਾਹਮਣੇ ਰੱਖ ਕੇ ਆਪ ਹੀ ਅੱਖਾਂ ਬੰਦ ਕਰ ਲਈਆਂ। ਸਤਿਗੁਰੂ ਕਹਿੰਦੇ ਹੁਣ ਕਿਹਨੂੰ ਵੇਖਣਾ ਹੀ? ਭਗਵਾਨ ਦੇ ਸਾਹਮਣੇ ਪਏ ਨੇ, ਤੂੰ ਅੱਖਾਂ ਬੰਦ ਕਰਕੇ ਕਿਹਨੂੰ ਵੇਖ ਰਿਹਾ ਬਈ? ਕਈ ਵਾਰੀ ਨਾ ਇਹ ਹਾਸੇ ਹਾਸੇ ਵਿੱਚ ਸਾਡੇ ਨਾਲ ਇਹ ਗੱਲਾਂ ਹੋ ਚੁੱਕੀਆਂ ਨੇ। ਸਾਰਾ ਪਰਿਵਾਰ ਬੈਠਾ ਹੈ ਤੇ ਮੇਰੇ ਵਰਗੇ ਨੇ ਨਿਛ ਮਾਰੀ, ਤੇ ਉਹ ਫਿਰ ਪੁੱਛਦੇ ਨੇ ਵੀ ਹੁਣ ਤੈਨੂੰ ਕਿਹੜਾ ਯਾਦ ਕਰੀ ਜਾਂਦਾ ਬਈ? ਸਾਰਾ ਟੱਬਰ ਤੇ ਤੇਰੇ ਕੋਲ ਬੈਠਾ ਹੈ। ਅਮੂਮਨ ਪਾਈ ਸੋਚਦੇ ਨੇ, ਉਹ ਭਾਵੇਂ ਉਹਨੂੰ ਜ਼ੁਕਾਮ ਲੱਗਾ ਹੋਵੇ। ਤੋ ਸਤਿਗੁਰੂ ਜੀ ਇੱਥੇ ਸਮਝਾਉਂਦੇ ਨੇ ਵੀ ਮਹਾਤਮਾ ਜੀ ਸਾਲਗ੍ਰਾਮ ਤੁਹਾਡੇ ਸਾਹਮਣੇ ਨੇ, ਸਜਾਏ ਵੀ ਤੁਸੀਂ ਨੇ, ਇਸ਼ਨਾਨ ਵੀ ਤੁਸੀਂ ਕਰਾਇਆ, ਹੁਣੇ ਉਹਨਾਂ ਦੀ ਪੂਜਾ ਅਰਚਾ ਕਰਕੇ ਹਟੇ ਹੋ, ਹੁਣ ਤੁਸੀਂ ਅੱਖਾਂ ਬੰਦ ਕਰ ਲਈਆਂ। ਅੱਖਾਂ ਬੰਦ ਕਰਕੇ ਕਿਹਦਾ ਧਿਆਨ ਧਰਿਆ ਜੀ ਤੁਸੀਂ? ਸਾਲਗ੍ਰਾਮਾਂ ਨੂੰ ਤੁਸੀਂ ਭਗਵਾਨ ਮੰਨਦੇ ਹੋ,
ਤੇ ਭਗਵਾਨ ਨੂੰ ਵੇਖਣ ਤੋਂ ਤੁਸੀਂ ਆਪ ਹੀ ਮੁਨਕਰ ਹੋ ਗਏ ਹੋ, ਅੱਖਾਂ ਬੰਦ ਕਰ ਲਈਆਂ ਨੇ। ਹਾਂਜੀ। ਆਪਣੋ ਇਸ਼ਟ ਸਮੀਪ ਨਾ ਹੋਈ, ਤਉ ਹਿਤ ਧਿਆਨ ਮੁੰਦੈ ਚੱਖ ਦੋਈ। ਆਪਣੋ ਇਸ਼ਟ ਸਮੀਪ ਨਾ ਹੋਈ, ਕਿ ਤੇਰਾ ਆਪਣਾ ਇਸ਼ਟ ਤੇਰੇ ਨੇੜੇ ਨਹੀਂ, ਕਿ ਇਹ ਸਾਲਗ੍ਰਾਮ ਤੇਰੇ ਭਗਵਾਨ ਨਹੀਂ। ਤਉ ਹਿਤ ਧਿਆਨ ਮੁੰਦੈ ਚੱਖ ਦੋਈ। ਹੁਣ ਵੇਖੋ ਨਾ, ਆਪਾਂ ਰੋਜ਼ ਪੜ੍ਹਦੇ ਹਾਂ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਤੇ ਹੁਣ ਆਪਾਂ ਗੁਰੂ ਦੇ ਅੱਗੇ ਆ ਕੇ ਬਹਿ ਕੇ ਅੱਖਾਂ ਬੰਦ ਕਰ ਲਈਏ, ਨਾਲੇ ਪੜ੍ਹੀ ਜਾਂਦੇ ਆ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਗੁਰ ਕੇ ਚਰਨ ਧੋਏ ਧੋਏ ਪੀਵਾਂ। ਸਤਿਗੁਰੂ ਕਹਿਣ ਲੱਗੇ ਦੱਸ ਤਾਂ ਸਹੀ ਬਈ, ਤੇਰਾ ਇਸ਼ਟ ਕੌਣ ਹੈ, ਕਿਹਦਾ ਧਿਆਨ ਧਰਦਾ ਹੈ ਤੂੰ? ਹਾਂਜੀ। ਦ੍ਰਿਸ਼ਟ ਹਜੂਰ ਸੁਪ੍ਰਤਮਾ ਤੇਰੀ, ਤੈਂ ਲੋਚਨ ਕਿਉ ਮੁੰਦੈ ਫੇਰੀ। ਦ੍ਰਿਸ਼ਟ ਹਜੂਰ ਸੋ ਪ੍ਰਤਮਾ ਤੇਰੀ, ਜਿਹੜੀ ਤੇਰੀ ਪ੍ਰਤਮਾ ਹੈ, ਮੂਰਤੀ ਹੈ, ਭਗਵਾਨ ਹੈ, ਉਹ ਤੇਰੀਆਂ ਅੱਖਾਂ ਦੇ ਸਾਹਮਣੇ ਹੈ। ਸਗੋਂ ਅੱਖਾਂ ਖੋਲ ਕੇ ਵੇਖ ਆਪਣੇ ਭਗਵਾਨ ਨੂੰ। ਤੂੰ ਆਪ ਇਸ਼ਨਾਨ ਕਰਾਇਆ, ਤੂੰ ਆਪ ਪੂਜਾ ਅਰਚਾ ਕੀਤੀ, ਆਪ ਚੰਦਨ ਚੜਾਇਆ, ਆਪ ਹੁਣ ਤੂੰ ਸਾਰੇ ਤਿਲਕ ਲਗਾਏ ਨੇ। ਇਸ ਕਰਕੇ ਤੈਂ ਲੋਚਨ ਕਿਉਂ ਮੁੰਦੈ ਫੇਰੀ, ਤੇ ਤੂੰ ਅੱਖਾਂ ਕਿਉਂ ਫੇਰ ਲਈਆਂ ਇਸ ਭਗਵਾਨ ਵੱਲੋਂ ਬਈ? ਅੱਖਾਂ ਬੰਦ ਕਿਉਂ ਕਰ ਲਈਆਂ? ਅੱਖਾਂ ਬੰਦ ਕਰਕੇ ਕਿਹਦਾ ਧਿਆਨ ਧਰ ਰਿਹਾ ਹੈ ਬਈ ਤੂੰ? ਹਾਂਜੀ। ਤਬ ਦਿਜ ਬੋਲਿਓ ਪਾਖੰਡ ਰਹਤਾ, ਸੁਣੋ ਫਕੀਰ ਤੁਮੈ ਨਹਿ ਗਿਆਤਾ। ਹੁਣ ਉਹ ਪਖੰਡੀ ਨੂੰ ਇਹ ਨਹੀਂ ਸੀ ਪਤਾ ਕਿ ਇਹਦਾ ਪਾਲਾ ਅੱਜ ਕਿਹਦੇ ਨਾਲ ਪੈ ਗਿਆ। ਉਹਨੇ ਸੋਚਿਆ ਵੀ ਸਧਾਰਨ ਆਦਮੀ ਹੈ, ਹੁਣ ਉਹ ਸਮਝਾਉਣ ਲੱਗ ਪਿਆ। ਤਬ ਦਿਜ ਬੋਲਿਓ ਪਾਖੰਡ ਰਤ, ਪਖੰਡ ਦੇ ਵਿੱਚ ਭਿੱਜਾ ਭਰਿਆ, ਕਿਉਂਕਿ ਉਹ ਕਈ ਸਾਲਾਂ ਦਾ ਕਰਦਾ ਹੋਏਗਾ, ਤੇ ਉਹਨੇ ਗੁਰੂ ਨਾਨਕ ਸਾਹਿਬ ਨੂੰ ਆਮ ਬੰਦਿਆਂ ਵਾਂਗ ਬੰਦਾ ਸਮਝ ਲਿਆ। ਕਹਿਣ ਲੱਗਾ ਸੁਣੋ ਫਕੀਰ ਤੁਮੇ ਨੇ ਗਿਆਤਾ, ਕਿਉਂਕਿ ਫਕੀਰ ਉਹਨੂੰ ਤਾਂ ਕਹਿਣਾ ਪਿਆ ਕਿ ਗੁਰੂ ਜੀ ਦੇ ਕੱਪੜੇ ਤਾਂ ਉਦਾਸੀਆਂ ਵਾਲੇ ਸਨ ਭਾਈ, ਸੰਸਾਰੀਆਂ ਵਾਲੇ ਕੱਪੜੇ ਤੇ ਹੈ ਨਹੀਂ ਸੀ। ਅੱਜ ਵੀ ਤੁਸੀਂ ਵੇਖੋ ਸਾਡੇ ਵਿੱਚ ਇਹ ਜਿਹੜੇ ਕੱਪੜੇ ਨੇ, ਇਹ ਬਕਾਇਦਾ ਇਹਦੀ ਵੰਡ ਹੋ ਚੁੱਕੀ ਹੈ ਕਿ ਤੁਹਾਡੇ ਆਫਿਸ ਦੇ ਕੱਪੜੇ ਕਿਹੜੇ ਨੇ, ਪਾਰਟੀ ਵਾਲੇ ਕੱਪੜੇ ਕਿਹੜੇ ਨੇ, ਤੁਹਾਡੇ ਰਾਤ ਵਾਲੇ ਕੱਪੜੇ ਕਿਹੜੇ ਨੇ। ਜਿਹਨੂੰ ਆਪਾਂ ਨਾਈਟ ਸੂਟ ਕਹਿੰਦੇ ਹਾਂ, ਉਹ ਡਰੈਸ ਵੱਖਰੀ ਹੈ ਸਾਡੀ। ਜਦੋਂ ਅਸੀਂ ਵਾਕ ਕਰਨ ਜਾਂਦੇ ਹਾਂ, ਸੈਰ ਕਰਨ ਜਾਂਦੇ, ਉਹ ਸਾਡੇ ਕੱਪੜੇ ਵੱਖਰੇ ਨੇ। ਜਦੋਂ ਅਸੀਂ ਆਫਿਸ ਜਾਂਦੇ ਹਾਂ, ਉਹਦੇ ਸ਼ੂਜ਼ ਵੱਖਰੇ ਨੇ, ਉਹਦੀ ਟਾਈ ਵੱਖਰੀ ਹੈ, ਉਹ ਡਰੈਸ ਕੋਡ ਵੱਖਰਾ ਹੈ ਸਾਡਾ। ਪਾਰਟੀ ਵੀਅਰ ਸਾਰੇ ਵੱਖਰੇ ਨੇ ਸਾਡੇ। ਇਸੇ ਤਰ੍ਹਾਂ ਧਾਰਮਿਕ ਲਿਬਾਸ ਹੈ, ਅਸੀਂ ਕੱਪੜੇ ਪਾਏ ਵੇਖ ਕੇ ਵੀ ਪੁੱਛ ਲੈਂਦੇ, ਸਮਝ ਲੈਂਦੇ ਆ ਇਹ ਉਦਾਸੀ ਹੈ, ਇਹ ਨਿਰਮਲ ਹੈ, ਇਹ ਜੈਨੀ ਹੈ, ਇਹ ਬੋਧੀ ਹੈ, ਇਹ ਜੋਗੀ ਹੈ। ਕੱਪੜਿਆਂ ਤੋਂ ਹਿਸਾਬ ਲਾ ਲਈਦਾ। ਇਹ ਅੰਮ੍ਰਿਤਧਾਰੀ ਸਿੰਘ ਹੈ, ਇਹ ਕੌਣ ਹੈ? ਇਹ ਕ੍ਰਿਸਚਨ ਹੈ, ਇਹ ਮੁਸਲਮਾਨ ਹੈ, ਇਹ ਮੌਲਵੀ ਹੋਏਗਾ, ਇਹ ਈਸਾਈਆਂ ਦਾ ਪਾਦਰੀ ਹੋਏਗਾ, ਇਹ ਬਿਸ਼ਪ ਹੋਏਗਾ। ਉਹ ਜਿਵੇਂ ਜਿਵੇਂ ਕੱਪੜੇ ਬਦਲਦੇ ਜਾਂਦੇ ਨੇ, ਉਵੇਂ ਉਵੇਂ ਪਹਿਚਾਣ ਬਦਲਦੀ ਜਾਂਦੀ ਹੈ। ਉਹਨੇ ਇੱਕ ਗੱਲ ਤੇ ਹਿਸਾਬ ਲਾ ਲਈ ਵੀ ਹੈ ਤੇ ਕੋਈ ਫਕੀਰ ਹੈ, ਕਿਉਂ ਕੱਪੜੇ ਉਦਾਸੀਆਂ ਵਾਲੇ ਸਨ, ਤੇ ਬੜੇ ਮਤਲਬ ਉਹਨੇ ਆਪਣੇ ਆਪ ਦੇ ਵਿੱਚ, ਉਹਨੂੰ ਆਪਣੇ ਆਪ ਤੇ ਬੜਾ ਕੌਨਫੀਡੈਂਸ ਸੀ। ਕਹਿਣ ਲੱਗਾ ਫਕੀਰਾ ਤੈਨੂੰ ਨਹੀਂ ਪਤਾ, ਅੱਜ ਸਮਾਂ ਸਮਾਪਤ ਹੈ, ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਹੁਣ ਇਹ ਗੱਲ ਸਤਿਗੁਰੂ ਖਵਾਉਣੀ ਚਾਹੁੰਦੇ ਸੀ। ਹੁਣ ਜੇ ਤੇ ਅੱਗੋਂ ਇਹ ਕਹਿ ਦਿੰਦਾ ਵੀ ਨਹੀਂ ਜੀ ਮੈਂ ਤੇ ਮੌਨ ਧਾਰਨ ਕੀਤਾ ਹੈ ਜੀ, ਕਦੇ ਫਿਰ ਆਇਓ ਫਿਰ ਗੱਲ ਕਰਾਂਗੇ, ਤੇ ਉਹਦਾ ਸਾਰਾ ਕੁਝ ਬਚ ਜਾਣਾ ਸੀ। ਉਹਨੇ ਸਤਿਗੁਰੂ ਨੂੰ ਸਸਤੇ ਵਿੱਚ ਤੋਲਣ ਦੀ ਕੋਸ਼ਿਸ਼ ਕੀਤੀ। ਕਹਿੰਦਾ ਫਕੀਰਾ ਤੈਨੂੰ ਨਹੀਂ ਪਤਾ। ਪਰ ਇੰਨੀ ਗੱਲ ਸਤਿਗੁਰੂ ਚਾਹੁੰਦੇ ਸੀ ਵੀ ਉਹ ਤੁਰੇ ਤੇ ਸਹੀ ਗੱਲਬਾਤ ਤੇ ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।